ਇਹਨੂੰ ਕਿੱਥੋਂ ਫੜ ਲਓਗੇ? ਜਿੰਨਾ ਮਰਜ਼ੀ ਇਹਦੇ ਮਗਰ ਭੱਜ ਲਓ, ਰਵਾਊ ਤੁਹਾਨੂੰ। ਤੇ ਜੇ ਬਾਬੇ ਨਾਨਕ ਵੱਲ ਨੂੰ ਮੁੱਖ ਕਰ ਲਓ, ਇਹਨੇ ਤੁਹਾਡੇ ਮਗਰ ਤਰਲੇ ਲੈਣੇ, ਕਿਉਂਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਮਰਦਾਨਾ ਬੰਦਗੀ ਦਾ ਮੁਜਸ਼ਮਾ ਇੱਕ ਦਰਖਤ ਦੇ ਥੱਲੇ ਬੈਠਾ ਸੋਚਾਂ ਵਿੱਚ ਡੁੱਬਾ ਹੈ। ਦੋਹਰਾ ਗੁਰ ਅਚਰਜ ਹਵੈ ਹਰਿ ਕਰ ਮਰਦਾਨੇ ਤੇ ਕਾਰ। ਔਰ ਕਹਿੰਦੇ ਹਨ ਕਿ ਗੁਰੂ ਗਰੀਬ ਨਵਾਜ ਦਇਆ ਦੇ ਦਾਤੇ, ਪਿਆਰੇ ਗੁਰੂ ਨਾਨਕ ਦੀ ਮੁਹੱਬਤ ਦਾ ਪਿਆਰਾ ਭਾਈ ਮਰਦਾਨਾ। ਜਦੋਂ ਉਹਨੂੰ ਭਾਈ ਫਰੰਦਾ ਆਇਆ, ਮਰਦਾਨਾ ਜੀ ਰੁੱਖ ਥੱਲੇ ਭੁੱਖੇ ਪਿਆਸੇ ਬੈਠੇ, ਤੇ ਭਾਈ ਫਰੰਦੇ ਦੇ ਗਜਬ ਦੇ ਗਲੇ ਦੇ ਵਿੱਚ ਰਸ ਸੀ। ਮਹਾਂਪੁਰਖ ਕਹਿੰਦੇ ਗੁਰਬਾਣੀ ਉਹੋ ਹੀ ਆ, ਕੋਈ ਸੁਰ ਵਾਲਾ ਬੰਦਾ ਪੜ੍ਹਦਾ ਹੋਵੇ ਜੀ ਕਰਦਾ ਸੁਣੀ ਜਾਈਏ, ਬਸੁਰਾ ਬਹਿ ਜੇ ਤੇ ਰਸ ਨਹੀਂ ਆਉਂਦਾ। ਬਾਣੀ ਦਾ ਕਸੂਰ ਨਹੀਂ, ਕਸੂਰ ਸਾਡਾ ਹੈ। ਤੋ ਇਸ ਕਰਕੇ ਇਹ ਮਹਿੰਗੀ ਵਸਤੂ ਆ। ਕਈ ਵਾਰੀ ਵਸਤੂ ਮਾੜੀ ਵੀ ਹੋਵੇ, ਭਾਂਡਾ ਸੋਹਣਾ ਹੋਵੇ ਤੇ ਵਿਕ ਜਾਂਦਾ। ਕਈ ਵਾਰੀ ਵਸਤੂ ਚੰਗੀ ਹੁੰਦੀ, ਮਾੜਾ ਭਾਂਡਾ ਕਰਕੇ ਕੋਈ ਖਰੀਦਦਾ ਹੀ ਨਹੀਂ। ਆਖੋ ਸਤਿਨਾਮ। ਤੋ ਇਸ ਕਰਕੇ ਕਈ ਬੰਦਿਆਂ ਕੋ ਗਿਆਨ ਬਹੁਤ, 4 ਵੇਦ 6 ਸ਼ਾਸਤਰ 18 ਪੁਰਾਣ 52 ਉਪਨਿਸ਼ਦ 25-30 ਬਾਣੀਆਂ ਕੰਠ, ਪਰ ਉਹਨਾਂ ਦਾ ਭਾਂਡਾ ਮਾੜਾ, ਕਿਉਂਕਿ ਉਹਨਾਂ 'ਚ ਹੰਕਾਰ ਆ, ਕੜੱਤਣ ਜ਼ਿਆਦੀ ਆ, ਤੇ ਉਹ ਚਾਹ ਕੇ ਵੀ ਨਹੀਂ ਤੁਹਾਨੂੰ ਕੋਈ ਸੁਣਾ ਸਕਦੇ। ਇੱਕ ਬੰਦੇ ਦੇ ਅੰਦਰ ਭਾਵਨਾ, ਉਹਨੂੰ ਆਉਂਦਾ ਕੁਝ ਨਹੀਂ, ਪਰ 2-4 ਬਚਨਾਂ ਨਾਲ ਹੀ ਤੁਹਾਡਾ ਦਿਲ ਜਿੱਤ ਲੈਂਦਾ। ਚੀਜ਼ ਬਾਹਰੋਂ ਵੇਖਣ ਤੇ ਹੈ। ਤੂੰ ਇਸ ਕਰਕੇ ਭਾਈ ਮਰਦਾਨੇ ਨੂੰ ਜਦੋਂ ਭਾਈ ਫਰੰਦਾ ਜੀ ਮਿਲੇ ਨਾ, ਤੇ ਕਹਿੰਦੇ ਭਾਈ ਤੂੰ ਕਿੱਥੋਂ ਆਇਆ ਏ? ਕਹਿੰਦਾ ਰਾਏ ਭੋਏ ਦੀ ਤੇਰਾ ਨਾਮ ਕੀ? ਕਹਿੰਦੇ ਮਰਦਾਨਾ। ਕਿਹਨੇ ਭੇਜਿਆ? ਕਹਿੰਦੇ ਗੁਰੂ ਨਾਨਕ ਨੇ। ਜਦੋਂ ਬਾਬੇ ਨਾਨਕ ਦਾ ਨਾਮ ਸੁਣਿਆ ਤੇ ਭਾਈ ਫਰੰਦੇ ਦਾ ਅੰਦਰ ਭਿੱਜ ਗਿਆ। ਕਹਿੰਦੇ ਸਤਾਉਣਾ ਤੇ ਮੈਂ ਤੈਨੂੰ ਹੋਰ ਸੀ, ਅਜੇ 5 ਦਿਨ ਤੇ ਅੱਗੇ ਹੋ ਗਏ ਲੱਭਦੇ ਨੂੰ, ਪਰ ਜਦੋਂ ਤੇਰੀ ਮੈਂ ਹਾਲਤ ਵੇਖੀ ਨਾ ਵੀ ਅੰਦਰ ਟੁੱਟ ਗਿਆ, ਅੰਦਰੋਂ ਪਰੇਸ਼ਾਨ ਹੋ ਗਿਆ, ਕਿਤੇ ਮੋੜੀ ਨਾ ਜਾਵੇ। ਫਿਰ ਕਹਿੰਦੇ ਹੁਣ ਮੈਨੂੰ ਵਾਪਸ ਤੇਰੇ ਕੋ ਆਉਣਾ ਪਿਆ। ਕਹਿੰਦੇ ਕਿਹਨੂੰ ਲੱਭਦਾ ਹੈ? ਕਹਿੰਦੇ ਕੋਈ ਫਰੰਦੇ ਨਾਮ ਦਾ ਰਬਾਬੀ ਹੈ, ਉਹ ਜਿਹਨੂੰ ਵੀ ਮੈਂ ਪੁੱਛਦਾ ਉਹ ਕਹਿੰਦੇ ਭੱਜ ਆ ਇੱਥੋਂ, ਇੱਥੇ ਕੋਈ ਫਰੰਦਾ ਨਹੀਂ ਹੈਗਾ। ਜਦੋਂ ਐਸੇ ਬਚਨ ਸੁਣੇ ਤੇ ਭਾਈ ਫਰੰਦਾ ਜੀ ਨੇ ਹੱਥ ਜੋੜੇ, ਕਹਿੰਦੇ ਉਹ ਮੈਂ ਹੀ। ਆਖੋ ਸਤਿਨਾਮ। ਭਾਈ ਮਰਦਾਨਾ ਕਹਿੰਦੇ ਤੇਰਾ ਭਲਾ ਹੋਵੇ, 5 ਦਿਨ ਹੋ ਗਏ ਭੁੱਖੇ ਤੇ ਆਏ, ਮਾਰਤਾ ਹੀ। ਇਬਾਦਤ ਕਰ, ਇਬਾਦਤ ਕਰਨ ਨਾਲ ਗੱਲ ਬਣਦੀ ਕਿਸੇ ਦੀ। ਆਪਾਂ ਕਾਲੇ ਪੈ ਜਾਂਦੇ ਛੇਤੀ ਵੀ ਸੁਖਮਣੀ ਸਾਹਿਬ ਪੜ੍ਹਿਆ ਵਾ ਤੇ ਪੜ੍ਹਦਿਆਂ ਸਾਰੀ ਫਲ ਝੋਲੀ 'ਚ ਪੈ ਜੇ। ਇਹ ਤਾਂ ਕੋਈ ਵੀ ਫਸਲ ਬੀਜੋ 6 ਮਹੀਨੇ ਤਾਂ ਲੈਂਦੀ ਹੋਈ ਹੈ। ਜੇ ਅੱਜ ਲੱਗੇ ਆ ਗੁਰੂ ਦੇ ਲੜ ਤੇ ਥੋੜ੍ਹਾ ਜਿਹਾ ਜੀਰਾ ਕਰ ਲਓ। ਕਿ ਬਾਬੇ ਨੇ 40 ਦਿਨ ਸੇਵਾ ਕਹੀ ਤੇ 41ਵੇਂ ਦਿਨ ਨਹੀਂ ਆਉਣਾ। ਕਹਿੰਦੇ ਹੁਣ ਕੀ ਹੋਇਆ? ਕਹਿੰਦੇ ਬਸ 40 ਦਿਨ ਪੂਰੇ ਕਰ ਲਏ। ਐਸੀ ਬਾਤ ਨਹੀਂ ਹੋਵੇ, ਗਿਣਤੀ 'ਚ ਪਿਆਰ ਨਹੀਂ ਹੁੰਦਾ। ਤੋ ਇਸ ਕਰਕੇ ਭਾਈ ਮਰਦਾਨਾ ਚਰਨੀ ਪਿਆ ਭਾਈ ਫਰੰਦੇ ਦੇ। ਕਹਿੰਦੇ ਭਲਿਆ ਦੇਰੀ ਨਾ ਕਰ ਤੇ ਮੈਨੂੰ ਉਹ ਮਹਿੰਗੀ ਵਸਤੂ ਜਿਹੜੀ ਸੌਂਪਣਾ ਕਰ। ਹਰ ਕਹਿੰਦੇ ਭਾਈ ਮਰਦਾਨਾ ਜੀ ਭਾਈ ਫਰੰਦਾ ਜੀ ਨੂੰ ਭਾਵਨਾ ਨਾਲ ਨਤਮਸਤਕ ਹੋਏ, ਤੇ ਇਸ ਕਰਕੇ ਉਹ ਸਮਝ ਨਹੀਂ ਸਕੇ। ਹੈਰਾਨੀ ਦੀ ਗੱਲ ਐਸੀ ਹੋਈ ਕਿ ਭਾਈ ਮਰਦਾਨੇ ਦੇ ਸਾਹਮਣੇ ਭਾਈ ਫਰੰਦੇ ਨੇ ਪਤਾ ਨਹੀਂ ਕਿੱਥੋਂ ਰਬਾਬ ਪ੍ਰਗਟ ਕੀਤੀ। ਇਹਨੂੰ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜੇਤਾ ਸੁਣੇ, ਸਾਧ ਕੀ ਉਪਮਾ ਤੇ ਗੁਣ ਤੇ, ਸਾਧ ਕੀ ਉਪਮਾ ਰਹੀ, ਸਾਧ ਕੀ ਸ਼ੋਭਾ ਕਹ ਨਾਹੀ, ਸਾਧ ਕੀ ਸ਼ੋਭਾ, ਸਾਧ ਕੀ ਸ਼ੋਭਾ, ਸਾਧ ਕੀ ਸ਼ੋਭਾ, ਸਾਧ ਕੀ ਸ਼ੋਭਾ, ਨਾਨਕ ਸਾਧ। ਕਹਿੰਦੇ ਰੱਬ ਦੇ ਵਿੱਚ ਤੇ ਸਾਧੂ 'ਚ ਫਰਕ ਨਹੀਂ, ਪਰ ਲਾਲਚੀ ਨਾ ਹੋਵੇ, ਸਾਧੂ ਲਾਲਚੀ ਨਾ ਹੋਵੇ। ਤੋ ਇਸ ਕਰਕੇ ਕਹਿੰਦੇ ਉਸ ਵੇਲੇ ਮਰਦਾਨਾ ਹੈਰਾਨ ਹੋਇਆ, ਇੰਨੀ ਸੁੰਦਰ ਰਬਾਬ। ਉਹ ਭਾਈ ਫਰੰਦੇ ਨੇ ਅੱਖ ਖੋਲ੍ਹਣ ਤੇ ਮੀਟਣ ਜਿੰਨੇ ਸਮੇਂ 'ਚ ਪਤਾ ਨਹੀਂ ਕਿੱਥੋਂ ਪ੍ਰਗਟ ਕਰ ਲਈ। ਕਹਿੰਦੇ ਇਹੋ ਹੀ ਲੈਣ ਆਇਆ। ਪ੍ਰਭ ਕੈ ਸਿਮਰਨ ਰਿੱਧ ਸਿੱਧ
ਜਿਹੜੇ ਬੰਦਗੀ ਵਾਲੇ ਨਾ ਹੱਥਾਂ ਤੇ ਸਰੋਂ ਜਿਹਨੂੰ ਕਹਿੰਦੇ ਜਮਾਉਣੀ, ਇਸ ਤਰ੍ਹਾਂ ਕਿਰਪਾ ਕਰ ਦਿੰਦੇ ਆ। ਪਰ ਜਿਨ੍ਹਾਂ ਦੇ ਕੋਲ ਰੱਬ ਵਸਦਾ ਹੈ, ਜਿਨ੍ਹਾਂ ਨੇ ਵਸ ਵਿੱਚ ਕੀਤਾ ਹੈ, ਤਵਈਆ ਛੰਦ ਅਦਭੁਤ ਦੇਖਤ ਹੀ ਕਿਸਮਤ ਕਹੂੰ ਮੋਲ ਏ ਜੋ। ਕਹਿੰਦੇ ਜਦੋਂ ਰਬਾਬ ਖੁੱਲੀ ਤੇ ਭਾਈ ਮਰਦਾਨੇ ਨੇ ਪਹਿਲਾਂ ਤਾਂ ਭਾਈ ਫਰੰਦੇ ਦੇ ਚਰਨੀ ਹੱਥ ਲਾਇਆ ਤੇ ਫਿਰ ਉਸ ਰਬਾਬ ਨੂੰ ਨਤਮਸਤਕ ਹੋਏ। ਅੱਜ ਵੀ ਕਈ ਮਹਾਂਪੁਰਖ, ਬਾਬਾ ਪ੍ਰੇਮ ਸਿੰਘ ਜੀ, ਬਾਬਾ ਨਾਰ ਸਿੰਘ ਵਰਗੇ ਹੋਰ ਆਦਿਕ ਮਹਾਂਪੁਰਖ, ਜਿਹੜੇ ਬਾਬਾ ਜਵਾਲਾ ਸਿੰਘ ਜੀ ਵਰਗੇ, ਉਹਨਾਂ ਦੀ ਜੀਵਨੀ ਪੜ੍ਹੀਏ ਤੇ ਪਤਾ ਲੱਗਦਾ ਹੈ ਕਿ ਇੱਕ ਵਾਰੀ ਮਹਾਂਪੁਰਖ ਨਾ ਬੱਚਿਆਂ ਨੇ ਕੀਰਤਨ ਕੀਤਾ। ਇਹ ਗੱਲ ਧਿਆਨ ਨਾਲ ਸੁਣਿਓ, ਥੋੜੇ ਰਹਿ ਗਏ ਭਾਵਨਾ ਵਾਲੇ। ਬੱਚਿਆਂ ਨੇ ਕੀਰਤਨ ਕੀਤਾ ਤੇ ਮਹਾਂਪੁਰਖਾਂ ਨੇ ਸੰਗਤ ਵਿੱਚ ਉੱਠ ਕੇ ਤੇ ਜਦੋਂ ਉਹਨਾਂ ਸਮਾਪਤੀ ਕੀਤੀ ਉਹਨਾਂ ਦੇ ਪੈਰੀਂ ਹੱਥ ਲਾ ਦਿੱਤੇ। ਹੁਣ ਜਦੋਂ ਸੰਗਤ ਨੇ ਵੇਖਿਆ ਤੇ ਜਿਹੜੇ ਪਿਆਰ ਵਾਲੇ, ਉਹਨਾਂ ਨੇ ਗੁੱਸਾ ਕੀਤਾ। ਕਹਿੰਦੇ ਬਾਬਾ ਜੀ ਤੁਹਾਡਾ ਚਿੱਟਾ ਦਾੜਾ, ਤੁਹਾਨੂੰ ਦੁਨੀਆ ਸਿਜਦੇ ਕਰਦੀ ਹੈ ਤੇ ਛੋਟੇ ਛੋਟੇ ਬੱਚਿਆਂ ਦੇ ਤੁਸੀਂ ਪੈਰੀਂ ਹੱਥ ਕਿਉਂ ਲਾਇਆ? ਤੇ ਮਹਾਂਪੁਰਖ ਨੇਤਰ ਭਰ ਕੇ ਕਹਿੰਦੇ ਮੈਂ ਇਹਨਾਂ ਦੇ ਥੋੜਾ ਲਾਇਆ, ਮੈਂ ਤੇ ਅੱਜ ਇਹਨਾਂ ਦੇ ਵਿੱਚੋਂ ਗੁਰੂ ਨਾਨਕ ਦੀ ਆਵਾਜ਼ ਸੁਣੀ। ਸਮਝ ਆ ਗਈ ਵੀ ਗੁਰੂ ਨਾਨਕ ਦਾ ਸਿੱਖ ਭਾਈ ਗੋਪਾਲਾ, 6ਵੇਂ ਪਾਤਸ਼ਾਹ ਕਹਿੰਦੇ ਪੁੱਤਰੋ ਕੋਈ ਜਪਜੀ ਸਾਹਿਬ ਦਾ ਪਾਠ ਸੁਣਾਓ। ਕਿਹੜਾ ਸੁਣਾਊਗਾ? ਸਾਰੇ ਕਰਦੇ ਮੈਂ ਮਾਰੇ ਕਹਿੰਦੇ ਗੱਲ ਪੂਰੀ ਹੋ ਲੈਣ ਦਿਓ, ਜਪਜੀ ਸਾਹਿਬ ਦਾ ਪਾਠ ਸੁਣਾਓ ਪਰ 2 ਸ਼ਰਤਾਂ, ਪਾਠ ਬਿਰਤੀ ਸੁੱਧ ਹੋਵੇ ਤੇ ਅੱਖਰ ਸੁੱਧ ਹੋਵੇ। ਜਦੋਂ ਇੱਥੇ ਗੱਲ ਆਈ ਤੇ ਸਾਰਿਆਂ ਦੇ ਹੱਥ, ਜਦੋਂ ਕਿਹਾ ਪਾਠ ਸੁਣਾਓ ਤੇ ਮੇਰੇ ਵਰਗੇ ਬਥੇਰੇ ਆ, ਅੱਖਰ ਉਹਨਾਂ ਨੂੰ ਇੱਕ ਨਹੀਂ ਆਉਂਦਾ ਤੇ ਸਾਰਾ ਕਹਿੰਦੇ ਪ੍ਰਬੰਧ ਸਾਡੇ ਕੋਈ ਹੈ। ਗੁੱਸਾ ਆ ਜਾਂਦਾ, ਆਪਣਾ ਰਸ ਮੈਂ ਇੱਧਰ ਨਹੀਂ ਜਾਣਾ। ਜਿਸ ਬੰਦੇ ਨੂੰ ਮੂਲ ਮੰਤਰ ਦੇ ਅਰਥ ਨਹੀਂ ਆਉਂਦੇ, ਸਭ ਤੋਂ ਵੱਧ ਉਹ ਭੁੜਕਦਾ ਹੀ ਅੱਜ ਦੇ ਜ਼ਮਾਨੇ 'ਚ। ਜਿਹਦੇ ਪੱਲੇ ਕੱਖ ਨਹੀਂ ਹੈਗਾ ਗੁਰਮਤਿ ਦਾ, ਉਹ ਆਗੂ ਬਣਿਆ, ਸਟੇਜ ਸਕੱਤਰ ਆ ਉਹ ਅੱਜ ਦਾ, ਸਾਰਾ ਪ੍ਰਬੰਧ ਚੱਕੀ ਫਿਰਦਾ, ਸਾਰੀ ਬਾਣੀ ਗਲਤ ਪੜ੍ਹੀ ਜਾਂਦੇ ਆ। ਆ ਭੋਗਾਂ ਤੇ ਕਈ ਆਉਣਗੇ, ਉਹ ਕੋਲੋਂ ਹੀ ਪੰਕਤੀਆਂ ਲਾਈ ਜਾਂਦੇ ਆਪਣੇ ਬਾਪੂ ਵਾਲੀਆਂ ਸਮਝ ਕੇ, ਲੋਕਾਂ ਦਾ ਦਿਲ ਖੁਸ਼ ਕਰਨ ਲਈ ਇੱਧਰੋਂ ਤਹਿਸ ਨਹਿਸ ਕਰਤਾ। ਤੋ ਇਸ ਕਰਕੇ ਜਿੰਨਾ ਚਿਰ ਬਾਣੀ ਨਹੀਂ ਆਉਂਦੀ, ਨਹੀਂ ਪੜ੍ਹੀ, ਨਾ ਪੰਕਤੀ ਲਾਓ, ਉੱਦਾਂ ਕਹਿ ਦਿਓ ਜੀ ਸਾਰਿਆਂ ਦਾ ਧੰਨਵਾਦ, ਮਰਨ ਵਾਲਾ ਮਰ ਗਿਆ, ਤੁਸੀਂ ਪਾਠ ਕਰਿਆ ਕਰੋ। ਉਹ ਆਖੋ ਸਤਨਾਮ। ਉੱਥੇ ਐਵੇਂ ਕਰੀ ਜਾਣਗੇ, ਜਿਹਾ ਚੀਰੀ ਲਿਖਿਆ ਤੇਹਾ ਕਰਮ ਕਮਾਏ। ਮੈਂ ਕਿਹਾ ਕਰਮ ਨਹੀਂ, ਉਹ ਹੁਕਮ ਆ, ਹੁਕਮ ਕਮਾਏ ਆ। ਤੇ ਨਾਨਕ ਨੀਵਾਂ ਜੋ ਚਲੇ ਲੱਗੇ ਨਾ ਤੱਤੀ ਵਾਓ। ਮੈਂ ਕਿਹਾ ਇਹ ਪੰਕਤੀ ਕਿੱਥੇ ਲਿਖੀ ਹੈ? ਗੁਰੂ ਗ੍ਰੰਥ ਸਾਹਿਬ 'ਚ ਕਿੱਥੇ ਹੈ? ਇਹੋ ਜਿਹੇ ਹਾਲਾਤ ਨੇ, ਬਾਣੀ ਨੂੰ ਸਮਝੇ ਕੁਝ ਨਹੀਂ ਅਸੀਂ। ਨਹੀਂ ਪਿਆਰਿਓ, ਡਰਨਾ ਇਹ ਅੰਗ ਨੇ ਮਹਾਰਾਜ ਦੇ। ਸੱਚੇ ਪਾਤਸ਼ਾਹ ਨੇ ਜਿੱਥੇ 4 ਪੁੱਤਰ ਵਾਰੇ ਨਾ ਆਪਣੇ, ਤੇ ਗੁਰੂ ਹਰਿਰਾਏ ਸਾਹਿਬ ਨੇ 5ਵਾਂ ਪੁੱਤਰ ਆਪਦਾ ਵਾਰਿਆ। ਬਾਬਾ ਰਾਮ ਰਾਏ ਕੋ 72 ਕਰਾਮਾਤਾਂ ਸੀ। ਇੱਕ ਬਾਣੀ ਦਾ ਸ਼ਬਦ ਚੇਂਜ ਕੀਤਾ। 3 ਜੂਨ ਨੂੰ ਸ਼ਹੀਦੀ ਹੈ ਬਾਪੂ ਗੁਰੂ ਅਰਜਨ ਸਾਹਿਬ ਦੀ, ਤੇ ਸ਼ਹੀਦੀ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਉਹ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਬਾਣੀ ਲਿਖ ਦਿਓ, ਸਾਡੇ ਅੱਖਰ ਪਾ ਦਿਓ ਬਾਣੀ ਦੇ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਧੁਰ ਕੀ ਬਾਣੀ ਹੈ, ਇਹਦੇ 'ਚ ਅੱਖਰ ਤੇ ਕੀ, ਇਹਦੇ 'ਚ ਇੱਕ ਬਿੰਦੀ ਵੀ ਵੱਧ ਨਹੀਂ ਲੱਗਣੀ ਚਾਹੀਦੀ। ਐਸੇ ਸਾਧੂ ਦਿਆਲਤਾ ਦੇ ਮਾਲਕ ਗੁਰੂ ਗਰੀਬ ਨਵਾਜ ਆ। ਤੋ ਇਸ ਕਰਕੇ ਸਾਧ ਸੰਗਤ ਜੀ, ਮਹਾਂਪੁਰਖ ਕਹਿੰਦੇ ਅਸੀਂ ਬੱਚਿਆਂ ਦੇ ਨਹੀਂ ਹੱਥ ਲਾਇਆ, ਅਸੀਂ ਤੇ ਇਹਨਾਂ 'ਚ ਬਾਬਾ ਨਾਨਕ ਸੁਣਿਆ। ਜੇ ਕਿਤੇ ਇਹ ਕਥਾ ਤੁਸੀਂ ਪੱਲੇ ਨਾ ਬੰਨ ਲਓ ਨਾ, ਪੱਲੇ ਨਾ, ਆਪਣੇ ਬੱਚਿਆਂ ਨੂੰ ਕੀਰਤਨ ਸਿਖਾ ਕੇ ਸਾਂਭ ਲਓ, ਸਿੱਖੀ ਸਾਂਭੀ ਜਾਓ। ਅੱਜ ਤਬਾਹੀ ਉਹ ਚੱਲੀ, ਹੋਰ 10 ਸਾਲ ਰੁਕ ਜਾਓ, ਤਰਸਿਆ ਕਰਾਂਗੇ। ਜਿੱਦਾਂ ਇੱਕ ਬੱਚਾ ਕੈਨੇਡਾ 'ਚ ਵੀਡੀਓ ਕਾਲ ਤੇ ਰੋ ਰਿਹਾ, ਕਹਿੰਦਾ ਅੱਜ ਮੈਨੂੰ 3 ਜਣਿਆਂ ਦੀ ਯਾਦ ਆਈ। ਇੱਕ ਤੇ ਆਪਣੀ ਮਾਂ ਦੀ ਜਿਹੜੀ ਮਰ ਗਈ ਆ, ਪਰੌਂਠੇ ਮੱਖਣੀ ਨਾ ਦਿੰਦੀ ਸੀ, ਅੱਜ ਆਪ ਰੋਟੀਆਂ ਲਾਉਣ ਦਿਆਂ ਉਹਦੀ ਯਾਦ ਆਈ। ਦੂਜੀ ਪਿਓ ਦੀ ਆਈ ਵੀ ਜਦੋਂ ਪਾਪਾ ਜੀਂਦਾ ਸੀ 1 ਰੁਪਈਆ ਦਿੰਦਾ ਸੀ ਤੇ ਮੈਂ ਗਲੀ 'ਚ ਨੱਚਦਾ ਜਾਂਦਾ ਸੀ। ਅੱਜ 3 ਲੱਖ ਰੁਪਈਆ ਕਮਾਉਂਦਿਆਂ ਪਰ ਚਿੰਤਾ ਹੀ ਖਾਈ ਜਾਂਦੀ। ਤੀਜੀ ਯਾਦ ਆਈ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ। ਕਹਿੰਦੇ ਜਦੋਂ ਪਿੰਡ ਹੁੰਦੇ ਸੀ ਤੇ 2 ਗ੍ਰੰਥੀਆਂ ਨੇ ਭੋਗ ਪਾਉਣਾ ਤੇ ਮਾਂ ਨੇ ਕਹਿਣਾ ਮਰ ਜਾਓ, ਬਾਬਿਆਂ ਨੇ ਭੋਗ ਸ਼ੁਰੂ ਕਰਤਾ, ਤੁਸੀਂ ਛੇਤੀ ਇਸ਼ਨਾਨ ਕਰ ਲਓ।
ਕੱਪੜੇ ਪਾ ਲਓ, ਜਾਣਾ ਕਦੋਂ ਜੀ ਭੋਗ ਤੇ ਪੈ ਗਿਆ। ਕਹਿੰਦਾ ਅੱਜ ਮੇਰੇ ਕੰਨ ਤਰਸੇ ਵੀ ਕਿਤੇ 2 ਗ੍ਰੰਥੀ ਲੰਮੀ ਏਕ ਲਾ ਕੇ ਭੋਗ ਪਾਉਣ, ਤੇ ਮੈਨੂੰ ਕਹਿੰਦਾ 7 ਸਾਲ ਹੋ ਗਏ ਇੱਥੇ ਆਏ ਨੂੰ, ਤੇ ਅਜੇ ਮੇਰੇ ਕੰਨਾਂ ਦੇ ਵਿੱਚ ਉਹ ਆਵਾਜ਼ ਪਿੰਡ ਵਾਲੀ, ਮੇਰਾ ਬੜਾ ਜੀ ਕਰਦਾ ਕੋਈ ਭੋਗ ਪਾਵੇ, ਮੈਂ ਸੁਣਾ, ਮੈਂ ਤਰਸਿਆ ਪਿਆ। ਅਜੇ ਗਾਂ ਵੇਖਿਓ ਤੁਸੀਂ, ਇੰਨਾ ਦੂਰ ਜਾ ਚੁੱਕੇ ਨਾ ਆਪਾਂ ਆਪਣੇ ਪਿਆਰੇ ਤੋਂ। ਇਹ ਜ਼ਿੰਮੇਵਾਰ ਸਾਰੇ ਹੀ ਆਪਾਂ, ਕਿਉਂਕਿ ਮਾੜੇ ਕੰਮ ਨੂੰ ਪਤਾ ਨਹੀਂ ਕਿੱਥੋਂ ਮਾਇਆ ਨਿਕਲਦੀ। ਜਦੋਂ ਗੁਰੂ ਮਹਾਰਾਜ ਦੀ ਵਾਰੀ ਆਉਂਦੀ ਉਦੋਂ ਕਹਿੰਦੇ ਹੱਥ ਤੰਗ, ਇਹ ਤੰਗ ਨਾ ਕਰੋ ਨਹੀਂ ਤੇ ਤੰਗ ਹੋ ਜਾਓਗੇ। ਆਖੋ ਸਤਿਨਾਮ। ਮਹਾਂਪੁਰਖਾਂ ਨੇ ਬੱਚਿਆਂ ਦੇ ਚਰਨੀ ਹੱਥ ਲਾਇਆ, ਕਹਿੰਦੇ ਪੁੱਤ ਅੱਜ ਤੁਸੀਂ ਕੀਰਤਨ ਕੀਤਾ, ਅੱਜ ਮੇਰੇ ਨਾਨਕ ਦੇ ਬੋਲ ਤੁਹਾਡੇ ਗਲੇ 'ਚੋਂ ਆਏ ਤੇ ਮੈਂ ਸੁਣੇ। ਤੁਹਾਨੂੰ ਨਹੀਂ ਮੈਂ ਜਾਣਦਾ ਤੁਸੀਂ ਕਿਹਦੇ ਮੁੰਡੇ ਤੇ ਕੌਣ ਆ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਈ ਜੀਓ। ਅੱਜ ਜਿਹੜਾ ਬਾਣੀ ਸੁਣਾਉਣ ਵਾਲਾ ਉਹ ਤੇ ਚੁਲੀ ਚੁਲੀ ਦੁੱਧ ਮੰਗਣ ਦਿਆ ਪਿੰਡ 'ਚੋਂ। ਉਹ ਜਿਹੜਾ ਬਾਣੀ ਸੁਣਾਉਣ ਵਾਲਾ ਏ ਉਹ ਤੇ ਕਿਲੋ ਕਿਲੋ ਆਟਾ ਵੇਂਦਾ ਵੀ ਬੀਬੀਆਂ 15 ਆਈਆਂ ਤੇ 15 ਕਿਲੋ ਆਟਾ ਹੋ ਗਿਆ, ਚਲੋ ਬੋਰੇ 'ਚ ਪਾਈਏ। ਸਿੱਖ ਕੌਮ ਦੀ ਤਰੱਕੀ ਕਿੱਥੇ ਰੋਕੀ ਹੈ? ਉਹ ਜਿੰਨੇ ਗੁਰਬਾਣੀ ਸੁਣਾਉਣੀ ਸੀ ਉਹਨੂੰ ਫਿਕਰ ਪਿਆ ਵਾ ਫੀਸ ਆਈ ਹੈ ਤੇ ਮੈਂ ਦਿਹਾੜੀ ਨਾ ਲਾਣਾ ਰਾਤ ਨੂੰ, ਸਵੇਰੇ ਨਿਤਨੇਮ ਤੇ ਆ ਜਾਊਂਗਾ। ਹੁਣ ਕਈ ਵਿਚਾਰੇ ਡੱਗੀ ਦਾ ਕੰਮ ਕਰਦੇ, ਕਈ ਰੇੜੀਆਂ ਲਾ ਰਹੇ, ਨਹੀਂ ਪੂਰਾ ਆਉਂਦਾ। ਕੁਝ ਕੁ ਹੈਗੇ ਜਿਨ੍ਹਾਂ ਤੇ ਸੰਗਤ ਜਾਗੀ ਆ। ਸਾਰੇ ਜਾਣੇ ਕਿਰਪਾ ਮਹਾਰਾਜ ਦੀ। ਬਾਕੀ ਚਲੋ ਗੁਰੂ ਨਾਨਕ ਸਾਹਿਬ ਦਾ ਕਿਰਪਾ ਦਾ ਸਿਧਾਂਤ ਹੈ। ਭਾਈ ਮਰਦਾਨੇ ਨੇ ਰਬਾਬ ਨੂੰ ਮੱਥਾ ਟੇਕਿਆ। ਆ ਜਿਹੜੇ ਵਾਜੇ ਆ ਨਾ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਕਿਸੇ ਪ੍ਰੇਮੀ ਨੇ ਆਖਿਆ ਬਾਬਾ ਜੀ ਮੈਨੂੰ ਵਾਜਾ ਦੇ ਦਿਓ। ਕਹਿੰਦੇ ਵਜਾਉਣਾ ਹੀ? ਕਹਿੰਦੇ ਨਹੀਂ ਬਾਬਾ ਜੀ ਟਾਂਗੇ ਤੱਕ ਮੈਂ ਲੈ ਜਾਂਦਾ ਵਾ, ਸੇਵਾ ਮਹਾਂਪੁਰਖ ਟਾਂਗੇ। ਕਹਿੰਦਾ ਟਾਂਗੇ ਤੱਕ ਮੈਂ ਲੈ ਜਾਂਦਾ, ਤੁਸੀਂ ਆ ਜਾਓ। ਤੇ ਬਾਬਾ ਜੀ ਹੱਸ ਕੇ ਕਹਿੰਦੇ ਮਾਇਆ ਲੈ ਲਾ ਸਾਰੀ, ਆ ਸਾਨੂੰ ਨਾ ਕੁੜਤਾ ਪਜਾਮਾ ਚੋਲੇ ਦਾ ਕੱਪੜਾ ਦਿੱਤਾ, ਇਹ ਵੀ ਲੈ ਲਾ, ਹਜੂਰੀਆ ਵੀ ਲੈ ਲਾ, ਪਰ ਵਾਜਾ ਨਹੀਂ ਦੇਣਾ। ਕਹਿੰਦੇ ਬਾਬਾ ਜੀ ਕਿਉਂ? ਕਹਿੰਦੇ ਕਈ ਜਨਮ ਤਰਲੇ ਲੈ ਲੈ ਕੇ ਗੁਰੂ ਨਾਨਕ ਦੇ ਘਰੋਂ ਝੋਲੀ 'ਚ ਕੀਰਤਨ ਪਵਾਇਆ। ਕਈ ਜਨਮ ਤਰਲੇ ਲੈ ਕੇ, ਇਹ ਨਹੀਂ ਮੈਂ ਕਿਸੇ ਨੂੰ ਦੇਣਾ। ਤੇ ਅੱਜ ਅਸੀਂ ਕਦਰ ਨਹੀਂ ਕਰਦੇ, ਅਸੀਂ ਰੋਣਾ ਹੀ ਹੈ। ਹੁਣ ਮੇਰੇ ਵਰਗੇ ਕਹਿੰਦੇ ਸੇਵਾ ਨਹੀਂ ਹੁੰਦੀ, ਸਾਨੂੰ ਪੂਜਾ ਨਹੀਂ ਦਿੰਦੇ। ਤੇ ਪਹਿਲਾਂ ਇਹਨਾਂ ਨੂੰ ਪੁੱਛੇ, 1-2 ਵਾਰੀ ਮੇਰੇ ਨਾਲ ਵੀ ਹੋਇਆ। ਹਰਿਮੰਦਰ ਸਾਹਿਬ ਮੈਂ ਨਿੰਦਿਆ ਨਹੀਂ ਕਰਦਾ, ਲਾਈਵ ਚੱਲਣ ਦਿਆ। ਹਰਿਮੰਦਰ ਸਾਹਿਬ ਦੇ ਰਾਗੀ ਆਏ ਕਿਸੇ ਦੇ ਘਰੇ, ਕੀਰਤਨ ਕਰ ਲਿਆ, ਸੇਵਾ ਚੁੱਕ ਲਈ ਸਰੋਪੇ, ਤੇ ਜਿਹੜੇ ਉਹਨਾਂ ਦੇ ਵਾਜੇ ਸੀ ਉਹ ਗੱਡੀ ਦੇ ਵਿੱਚ ਘਰ ਵਾਲਿਆਂ ਦਾ ਜਿਹੜਾ ਨੌਕਰ ਸੀ ਉਹ ਰੱਖ ਕੇ ਆਇਆ। ਟੁੱਟੇ ਹੱਥ। ਉਦਾਂ ਅਸੀਂ ਸਪੀਕਰਾਂ 'ਚ ਦੁਨੀਆ ਨੂੰ ਕਹਿੰਦੇ ਸਾਡਾ ਸਤਿਕਾਰ ਨਹੀਂ ਕਰਦੇ, ਸਾਡੇ ਪੈਸੇ ਕਾਹਨੇ, ਤੁਸੀਂ ਇਸੇ ਲਾਇਕ ਜੀ। ਤੁਸੀਂ ਆਪਣੇ ਮੁਰਸ਼ਿਦ ਨੂੰ ਮਨਾਇਆ ਹੀ ਕਿੱਥੇ ਹੈ? ਤੁਸੀਂ ਦਿਲੋਂ ਇਹਨੂੰ ਮਨਾਇਆ ਹੁੰਦਾ, ਉਹ ਜਿੰਨੇ ਮਰਦਾਨੇ ਨੂੰ ਕਦੇ ਕਾਬੂ ਆਏ ਇਹਨੂੰ ਨਹੀਂ ਬਾਂਹ ਛੱਡੀ, ਸਾਡੀ ਛੱਡਦਾ ਮਾਰੇ। ਕਮੀ ਸਾਡੇ ਵਿੱਚ ਹੈ, ਅਸੀਂ ਰੋਣਾ ਹੀ ਹੈ, ਕਿਉਂਕਿ ਉਹ ਪੂਰਾ ਵਾ। ਪੂਰੇ ਦੇ ਨਾਲ ਪਿਆਰ ਕਰਕੇ ਵੇਖੀ, ਤੈਨੂੰ ਲੋੜ ਹੀ ਦੁਨੀਆ ਤੋਂ ਮੰਗਣ ਦੀ। ਉਹ ਦੁਨੀਆ ਤਾਂ ਤੇਤੋਂ ਅਰਦਾਸ ਕਰਾਉਣ ਦੀ ਕਿ ਭਾਈ ਸਾਹਿਬ ਗੁਰੂ ਤੋਂ ਲੈ ਕੇ ਦਿਓ, ਤੂੰ ਇਹਨਾਂ ਤੋਂ ਮੰਗਣ ਦਿਆ। ਕੋ ਸਤਨਾਮ। ਇੱਥੇ ਕਮੀ ਆ ਗਈ ਸਾਧ ਸੰਗਤ ਜੀ। ਹੈਰਾਨੀ ਦੀ ਗੱਲ ਹੈ ਵੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਬਾਬਾ ਜੀ ਸਾਡਾ ਫੈਲ ਅੜੀਏ, ਕਰੋ ਕਿਰਪਾ, ਤੇ ਉਹ ਤੁਹਾਡੇ ਤੋਂ ਤਰਲੇ ਲੈਂਦੇ, ਤੇ ਫਿਰ ਤੁਸੀਂ ਆਪ ਹੀ ਕਰ ਲਿਆ ਕਰੋ। ਗੱਲ ਤਾਂ ਨਿਵਦੀ ਹੈ ਨਾ। ਇਸ ਕਰਕੇ ਬਾਬਾ ਜੀ ਕਹਿੰਦੇ ਮੈਂ ਵਾਜਾ ਨਹੀਂ ਦੇਣਾ। ਐਦਾਂ ਸਿਰ ਤੇ ਚੁੱਕ ਕੇ ਲਿਜਾਂਦੇ ਹੁੰਦੇ ਸੀ, ਕਹਿਣਾ ਇਹਦੇ ਵਿੱਚ ਗੁਰੂ ਨਾਨਕ ਦੇ ਸ਼ਬਦ ਪਾ ਪਾ ਕੇ ਗਾਏ ਆ। ਇਹ ਐਵੇਂ ਥੋੜਾ ਤੁਰੀ ਫਿਰਦੀ ਚੀਜ਼ ਹੈ, ਸਤਿਕਾਰ ਸੀ। ਅੱਜ ਮੈਂ ਤਾਂ ਵਿਸ਼ਾ ਚੁਣਿਆ, ਰਬਾਬ ਤੁਰਨ ਲੱਗੀ ਉੱਥੋਂ ਤੇ ਸੁਲਤਾਨਪੁਰ ਆਉਣ ਲੱਗੀ ਹੈ। ਤੇ ਮਹਾਰਾਜ ਸਾਹਿਬ ਦੀ ਕਿਰਪਾ ਨਾਲ ਪਹਿਲਾਂ ਮਰਦਾਨੇ ਨੇ ਰਬਾਬੀ ਦਾ ਸਤਿਕਾਰ ਕੀਤਾ, ਤੇ ਫਿਰ ਵਾਜੇ ਦਾ ਸਤਿਕਾਰ ਕਰੋ। ਜਿਹਨੂੰ ਦੋਹਾਂ ਦਾ ਸਤਿਕਾਰ ਆ ਗਿਆ, ਗੁਰਬਾਣੀ ਦਾ ਆਪੇ ਹੋ ਜਾਣਾ। ਆਖੋ ਸਤਿਨਾਮ। ਗੁਰਬਾਣੀ ਦਾ ਆਪੇ ਹੀ ਹੋਣ ਲੱਗ ਪੈਣਾ। ਇਸ ਕਰਕੇ ਭਾਈ ਮਰਦਾਨੇ ਨੇ ਪਹਿਲਾਂ ਫਰੰਦੇ ਦੇ ਚਰਨ ਚੁੰਮੇ, ਉਹ ਧੰਨਵਾਦ ਤੇਰਾ, ਉਹ ਸ਼ੁਕਰ ਹੈ ਕਿਤੇ ਮਿਲ ਪਿਆ, 5 ਦਿਨ ਹੋ ਗਏ ਹੈ। ਤੇ ਫਿਰ ਜਦੋਂ ਉਹਨੇ ਰਬਾਬ ਦੇ ਦਰਸ਼ਨ ਕਰਾਏ ਤੇ ਕਹਿਣ ਲੱਗੇ, ਅਦਭੁਤ ਦੇਖਤ ਹੀ ਬਿਸਮਾਇਓ, ਕਹੋ ਮੇਲ ਇਹ ਜੋ। ਕਹਿੰਦੇ ਐਸੀ ਸੁੰਦਰ ਰਬਾਬ ਜ਼ਿੰਦਗੀ 'ਚ ਪਹਿਲੀ ਵਾਰ ਦਰਸ਼ਨ ਹੋਏ ਹਨ। ਇਸ ਕੀ ਸਮਕਾਰ ਨ ਵੇਖਿਓ ਲਿਹ ਮੂਲ ਕੈਸੋ। ਕਹਿੰਦੇ ਭਾਈ ਮਰਦਾਨਾ ਬਿਸਮਾਦ ਹੋ ਗਿਆ। ਬਿਸਮਾਦ ਦਾ ਭਾਵ ਆਨੰਦ ਚੜ ਗਿਆ। ਭਾਈ ਫਰੰਦੇ ਨੇ ਆਖਿਆ ਉਹ ਕਿੱਥੇ ਚਲੇ ਗਿਆ?
ਕਹਿੰਦੇ ਨਹੀਂ ਭਲਿਆ, ਮੈਂ ਤੇ ਸੋਚਾਂ 'ਚ ਪੈ ਗਿਆ ਵੀ ਇਹ ਤੇ ਮਹਿੰਗੀ ਬਹੁਤ ਹੋਣੀ, ਵੀ ਇੰਨੀ ਸੁੰਦਰ ਬਣਾਈ ਹੋਈ ਆ, ਤੇ ਇਹ ਪਹਿਲੀ ਵਾਰ ਮੈਂ ਵੇਖੀ ਹੈ, ਤੇ ਇਸ ਕੇ ਸਾਮ ਇਹਦੇ ਵਰਗਾ ਕਦੇ ਦੁਨੀਆ ਦੇ ਵਿੱਚ ਮੈਂ ਕੋਈ ਦੂਜਾ ਸਾਜ਼ ਨਹੀਂ ਵੇਖਿਆ। ਨਹੀਂ ਮੋਲ ਇਸ ਕੋ ਤੁਮ ਪਾਈ ਐਸੇ ਕਹਿਤ ਫਿਰੰਦਾ। ਔਰ ਉਸ ਵੇਲੇ ਭਾਈ ਮਰਦਾਨਾ ਕਹਿੰਦੇ ਜੀ ਕੀ ਸੇਵਾ ਦੇਵਾਂ ਰਬਾਬ ਦੀ, ਬੋਲੋ ਜੀ ਕੀ। ਤੇ ਭਾਈ ਫਿਰੰਦਾ ਹੱਸ ਕੇ ਕਹਿੰਦਾ ਮਰਦਾਨਾ ਇਹਦੀ ਸੇਵਾ ਦੇਣ ਵਾਲਾ ਨਾ ਕੋਈ ਜੰਮਿਆ ਤੇ ਨਾ ਜੰਮੇਗਾ ਹੀ। ਫਿਰ ਪੜੋ ਜੀ ਉਹੀ ਪੰਕਤੀ। ਨਹੀਂ ਮੋਲ ਇਸ ਕੋ ਤੁਮ ਪਾਈ ਐਸੇ ਕਹਿਤ ਫਿਰੰਦਾ। ਭਾਈ ਫਿਰੰਦਾ ਕਹਿੰਦੇ ਮਰਦਾਨਾ ਤੇਰੇ ਕੋਲ ਇੰਨੀ ਮਾਇਆ ਨਹੀਂ, ਸਾਰੀ ਸ੍ਰਿਸ਼ਟੀ ਦੀ ਮਾਇਆ ਵੀ ਇਕੱਠੀ ਕੀਤੀ ਜਾਵੇ ਇਹ ਰਬਾਬ ਦਾ ਮੁੱਲ ਨਹੀਂ ਪਾ ਸਕਦਾ। ਪੜੋ ਹੁਣ। ਹਰ ਆਪ ਅਮੁੱਲਕ ਹੈ, ਹਰ ਆਪ ਅਮੁੱਲਕ ਹੈ, ਹਰ ਆਪ ਅਮੁੱਲਕ ਹੈ, ਹਰ ਆਪ ਅਮੁੱਲਕ ਹੈ। ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਸਾਰੇ ਪੜੋ ਭਾਈ। ਮੁੱਲ ਨਾ ਪਾਇਆ ਜਾਏ। ਸਾਈਂ ਨਾਮ ਅਮੋਲ, ਸਾਈਂ ਨਾਮ ਅਮੋਲ, ਸਾਈਂ ਨਾਮ ਅਮੋਲ, ਸਾਈਂ ਨਾਮ ਅਮੋਲ। ਕੀਮ ਨਾ ਕੋਈ ਜਾਣ ਦੋ, ਕੀਮ ਨਾ ਕੋਈ ਜਾਣ ਦੋ, ਕੀਮ ਨਾ ਕੋਈ ਜਾਣ ਦੋ, ਕੀਮ ਨਾ ਕੋਈ ਜਾਣ ਦੋ। ਸਾਈਂ ਨਾਮ ਅਮੋਲ, ਸਾਈਂ ਨਾਮ ਅਮੋਲ, ਸਾਈਂ ਨਾਮ ਅਮੋਲ, ਸਾਈਂ। ਨਾਮ ਅਮੋਲ। ਭਾਈ ਫਿਰੰਦਾ ਭਿੱਜੀ ਹੋਈ ਆਤਮਾ, ਜਿਹਦੇ ਨੇਤਰਾਂ 'ਚ ਵੀ ਅੰਮ੍ਰਿਤ, ਬੋਲਾਂ 'ਚ ਵੀ ਅੰਮ੍ਰਿਤ, ਉਹਦੇ ਹੱਥਾਂ 'ਚ ਵੀ ਅੰਮ੍ਰਿਤ ਚੋਰਿਆ। ਕਹਿੰਦੇ ਭਾਈ ਮਰਦਾਨਾ ਇਹਦੀ ਕੀਮਤ ਤੇਰੇ ਕੋ ਅਦਾ ਨਹੀਂ ਕੀਤੀ ਜਾਣੀ। ਉਨ ਹਮਨੈ ਲੈਨੋ ਕੀ ਨਾਹੀ, ਸ੍ਰੀ ਅਵਤਾਰ ਮੁਕੰਦਾ। ਭਾਈ ਫਿਰੰਦਾ ਕਹਿੰਦਾ ਦਰਅਸਲ ਵਿੱਚ ਮਰਦਾਨਿਆਂ ਜਿੰਨੇ ਤੈਨੂੰ ਭੇਜਿਆ ਨਾ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਇਹਦੀ ਕੀਮਤ ਉਹੋ ਹੀ ਅਦਾ ਕਰ ਸਕਦਾ ਹੈ, ਪਰ ਉਹਦੇ ਪਾਸੋਂ ਮੈਂ ਕੀਮਤ ਲੈਣੀ ਨਹੀਂ। ਇਹਦੀ ਕੀਮਤ ਉਹੋ ਹੀ ਅਦਾ ਕਰ ਸਕਦਾ ਹੈ। ਇੱਕ ਸਾਖੀ ਹੈ ਵੀ ਮਹਾਂਪੁਰਖ ਬੈਠੇ ਸੀ ਤੇ ਕਿਸੇ ਨੇ ਪੁੱਛਿਆ ਜੀ ਮੈਨੂੰ ਕੋਈ ਬਚਨ ਦਿਓ, ਤੇ ਮਹਾਂਪੁਰਖ ਕਹਿੰਦੇ ਅੱਜ ਤੋਂ 7ਵੇਂ ਦਿਨ ਤੂੰ ਮਰ ਜਾਣਾ। ਕਹਿੰਦਾ ਬਾਬਾ ਜੀ ਚੰਗਾ ਬਚਨ ਦੇ ਦਿੰਦਾ ਆ। ਕਹਿੰਦੇ ਪੁੱਤਰਾ 7ਵੇਂ ਦਿਨ ਤੇਰੀ ਮੌਤ ਹੈ, ਤੂੰ ਬਚਨ ਮੰਗਿਆ ਨਾ, ਇੱਥੇ ਬਹਿ ਜਾ ਸੰਗਤ ਵਿੱਚ। ਬਹਿ ਗਿਆ। ਮਹਾਂਪੁਰਖਾਂ ਨੇ 25-30 ਮਿੰਟ ਸਿਮਰਨ ਹੀ ਕਰਾਇਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪੂਰੇ ਰਸ ਵਿੱਚ, ਤੇ ਸਮਾਪਤੀ ਕਰਕੇ ਕਹਿੰਦੇ ਹੁਰਿਆ ਜਦੋਂ ਲਾਗੇ ਆਇਆ ਕਹਿੰਦੇ ਯਾਦ ਰੱਖੀ 7ਵੇਂ ਦਿਨ ਤੂੰ ਮਰ ਜਾਣਾ ਹੀ, ਉੱਥੇ ਸੱਚੇ ਦੇ ਦਰਬਾਰ 'ਚ ਤੂੰ ਜਾਣਾ ਹੀ, ਤੇ ਤੈਨੂੰ ਉਹਨਾਂ ਨੇ ਪੁੱਛਣਾ, ਹਿਸਾਬ ਕਿਤਾਬ ਕੱਢਣਾ ਵੀ ਸਾਰੇ ਪਾਪ ਆ। ਤੇ ਜਦੋਂ ਤੈਨੂੰ ਪੁੱਛਿਆ ਵੀ ਆ ਇੱਕ ਘੜੀ ਸੰਗਤ ਵਿੱਚ ਬੈਠਾ ਨਾਮ ਜਪਿਆ ਹੀ ਤੇ ਇਹਦਾ ਕੀ ਚਾਹਣਾ, ਤੇ ਤੂੰ ਇੰਨਾ ਕੁ ਉਪਦੇਸ਼ ਚੇਤੇ ਰੱਖ ਲਈ, ਉਸ ਵੇਲੇ ਗੱਲ ਨਾ ਭੁਲਾਈ। ਉਹਨਾਂ ਨੂੰ ਕਹੀਂ ਜਿਹੜਾ ਮੈਂ ਨਾਮ ਜਪਿਆ ਨਾ ਇੱਕ ਘੜੀ, ਇਹਦੀ ਕੀਮਤ ਦੇ ਦਿਓ। ਉਹ ਅੰਮ੍ਰਿਤ ਰਸ ਵਿੱਚ ਸਾਖੀ ਹੈ। ਉਹ ਕਹਿੰਦੇ ਹੁਣ ਕੱਲ ਚਲਾਣਾ ਕਰ ਗਿਆ, ਕਿਉਂਕਿ ਸੁਖਮਨੀ ਸਾਹਿਬ ਗਵਾਹੀ ਦਿੰਦਾ ਹੈ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ। ਸਾਧੂਆਂ ਨੂੰ ਸਭ ਕੁਝ ਪਤਾ ਜੀ।
ਇੱਥੇ ਬੈਠੇ ਦੱਸ ਦੇਣਗੇ ਵੀ ਕੀ ਹੁੰਦਿਆ, ਕਿਉਂਕਿ ਕਬੀਰ ਸਾਹਿਬ ਦੀ ਗਵਾਹੀ ਹੈ। ਕਬੀਰ ਸਾਹਿਬ ਦੀ ਮਾਂ ਨੇ ਥੱਪੜ ਮਾਰਿਆ ਕਬੀਰ ਦੇ, ਕਹਿਣ ਲੱਗੀ ਸੁਣੋ ਦਰਾਨੀ, ਸੁਣੋ ਜਠਾਨੀ, ਮੇਰੀ ਉਹ ਦਰਾਣੀਓ ਜਠਾਣੀਓ ਉਰੇ ਆਓ, ਆ ਗਈਆਂ। ਕਹਿੰਦੀ ਅਚਰਜ ਏਕ ਭਇਓ, ਸਾਤ ਸੂ ਤਿੰਨ ਮੁੰਡੀਆਂ ਖੋਏ, ਮੁੰਡਿਆ ਕਿਉਂ ਨਾ ਹੋਇਓ। ਕਹਿੰਦੀ ਇਹ ਮੁੰਡਾ ਮਰ ਕਿਉਂ ਨਹੀਂ ਗਿਆ। ਕਹਿੰਦੀ ਭੈਣੇ ਕੱਲਾ ਕੱਲਾ ਪੁੱਤ ਇੱਦਾਂ ਨਹੀਂ ਕਹੀਦਾ। ਕਹਿੰਦੀ ਸਤਰੰਗਾ ਸੂਤ ਮੇਰਾ, ਇਹਦਾ ਬੇੜਾ ਗਰਕ ਹੋ ਜੇ, ਇਹਨੇ ਪੈਸੇ ਲੈ ਕੇ ਤੇ ਆ ਬਾਬਿਆਂ ਨੂੰ ਭੋਜਨ ਛਕਾਤਾ ਹੈ, ਇਹਨੇ ਤਬਾਹੀ ਕਰ ਦਿੱਤੀ। ਥੱਪੜ ਵੱਜੇ, ਲੋਕੀ ਚਲੇ ਗਏ। ਜੋ ਰਾਤ ਪਈ ਮਾਂ ਤੇ ਮਾਂ ਹੀ ਹੁੰਦੀ ਹੈ। ਕਬੀਰ ਸਾਹਿਬ ਨੂੰ ਕਹਿੰਦੀ ਆ ਜਾ, ਮਰ ਜੇ, ਠੰਡ ਹੈ, ਬਿਮਾਰ ਹੋ ਜਾਏਗਾ। ਜੋ ਕਰਤਾ ਕਰਤਾ, ਗੁੱਸੇ 'ਚ ਬੜਾ ਕੁਝ ਹੋ ਜਾਂਦਾ, ਅਕਲ ਨੂੰ ਖਾ ਜਾਂਦਾ ਗੁੱਸਾ। ਤੇ ਵਾਪਸ ਸੱਦ ਕੇ ਤੇ ਗੋਦੀ 'ਚ ਬਹਾ ਕੇ ਪਿਆਰ ਕੀਤਾ। ਤੇ ਕਬੀਰ ਸਾਹਿਬ ਕਹਿੰਦੇ ਮਾਂ ਇੱਕ ਗੱਲ ਕਹਾਂ, ਜਿਹੜੇ ਸੂਤ ਕਰਕੇ ਤੂੰ ਚਪੇੜਾਂ ਮਾਰੀਆਂ ਨਾ, ਦਰਅਸਲ ਵਿੱਚ ਤੇਰੀ ਸਾਰੀ ਜ਼ਿੰਦਗੀ ਦੇ ਵਿੱਚ ਇੱਕੋ ਹੀ ਨੇਕ ਕੰਮ, ਬਾਕੀ ਤੇ ਤੂੰ ਸਾਡਾ ਗੰਦ ਮੂਤ ਹੀ ਧੋਤਾ ਤੇ ਟੱਬਰ ਪਾਲਿਆ, ਪਰ ਆ ਤੇਰੇ ਚਰਖੇ ਨਾਲ ਕੱਤਿਆ ਸੂਤ ਕੋਈ ਬਾਣੀ ਪੜ੍ਹਨ ਵਾਲਿਆਂ ਦੀ ਸੇਵਾ 'ਚ ਲੱਗ ਗਿਆ। ਯਾਦ ਰੱਖੀ ਜਦੋਂ ਮਰੇਂਗੀ ਨਾ, ਇਹ ਤੇਰਾ ਸੂਤ ਤੈਨੂੰ ਛਡਾਊਗਾ। ਉਹ ਕਹਿੰਦੀ ਬੇਟਾ ਉਹ ਕਿਦਾਂ, ਹੁਣ ਕਬੀਰ ਸਾਹਿਬ ਦਰਗਾਹ ਦੀ ਪੀਆ ਰਹੇ ਉਹਨਾਂ ਦੇ ਕੋਲੇ 15 ਭਗਤਾਂ ਕੋਲੇ। ਜੇ ਕਬੀਰ ਸਾਹਿਬ ਦਰਗਾਹ ਦੇ ਵਿੱਚ ਆਉਣੀ ਜਾਣੀ ਹੈ ਤੇ ਉਹਨਾਂ ਇਹ ਸ਼ਲੋਕ ਲਿਖਤਾ, ਕੀ ਕਹਿੰਦੇ, ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ। ਜਾਣੀ ਉਹਨਾਂ ਦੀ ਆਉਣੀ ਜਾਣੀ, ਉਹਨਾਂ ਨੂੰ ਪਤਾ ਵਾ ਤੇ ਲਿਖਣ ਦਾ ਹੈ। ਹੁਣ ਜਿਹੜਾ ਬੰਦਾ ਬਾਹਰ ਗਿਆ ਉਹਨੂੰ ਪਤਾ ਕਿਹੜਾ ਸ਼ਹਿਰ ਕਿੱਥੇ ਤੇ ਕੀ ਹਿਸਾਬ ਕਿਤਾਬ, ਜਿਹੜਾ ਵਿਚਾਰਾ ਗਿਆ ਨਹੀਂ ਉਹਨੂੰ ਕੀ ਪਤਾ। ਇਸੇ ਤਰ੍ਹਾਂ ਕਬੀਰ ਸਾਹਿਬ ਦਰਗਾਹ ਦੇ ਵਿੱਚ ਆਉਣ ਜਾਣ ਬਣਿਆ ਸਾਧੂਆਂ ਦਾ। ਉਹ ਕਹਿੰਦੇ ਉੱਥੇ ਫਿਰ ਬਾਬਾ ਕਬੀਰ ਸਾਹਿਬ ਕਹਿੰਦੇ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ, ਪਰਾ ਪੂਰਬਲੀ ਭਾਵਨੀ। ਕਹਿੰਦੇ ਕੋਈ ਚੰਗਾ ਕਰਮ ਕੀਤਾ, ਕੋਈ ਝਾੜੂ ਫੇਰਿਆ ਕਿਤੇ ਤੂੰ ਸੰਗਤ ਵਿੱਚ, ਕੋਈ ਭਾਂਡੇ ਮਾਂਜੇ, ਕਹਿੰਦੇ ਅੱਗੇ ਆ ਗਏ ਤੇ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ, ਉੱਥੇ ਪ੍ਰਗਟ ਹੋ ਗਈ ਤੇ ਸਤਿਗੁਰੂ ਨੇ ਛਡਾ ਲਿਆ। ਕਹਿੰਦੇ ਓਏ ਛੱਡ ਦਿਓ ਇਹਨੂੰ। ਕਹਿੰਦੇ ਜੀ ਜਮ, ਕਹਿੰਦੇ ਕਾਹਤੋਂ, ਕਹਿੰਦੇ ਇਹਨੇ ਕਿਤੇ ਸੰਗਤ ਵਿੱਚ ਸੇਵਾ ਕੀਤੀ ਜੇ। ਇਹ ਮੈਂ ਨਹੀਂ ਕਹਿੰਦਾ, ਕਬੀਰ ਸਾਹਿਬ ਦੀ ਬਾਣੀ ਦੇ ਬੋਲ ਹੈ, ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ। ਤੇ ਮਹਾਂਪੁਰਖ ਪੜ੍ਹਦੇ ਵੀ ਹੁੰਦੇ ਸੀ, ਮਾਰ ਬੁਰੀ ਸੀ ਜਮਾਂ ਦੀ ਪੈਣੀ, ਛਡਾ ਲਿਆ ਮੈਨੂੰ ਸਾਧੂਆਂ ਨੇ। ਸਮਾਂ ਆਪਣੇ ਕੋ ਕੀਮਤੀ, ਪ੍ਰਸੰਗ ਸਿਰੇ ਲਾਉਣਾ ਰਬਾਬ ਵਾਲਾ ਅੱਜ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ, ਰਹਿਮਤ ਦਾ ਖਜ਼ਾਨਾ ਖੁੱਲਦਾ। ਤੋ ਉਸ ਵੇਲੇ ਬਚਨ ਸੱਚ ਹੋਇਆ। ਕਹਿੰਦੇ ਜਦੋਂ ਲੇਖਾ ਪੁੱਛਿਆ, ਵਿਸ਼ਨੂੰ ਜੀ, ਬ੍ਰਹਮਾ ਜੀ, ਸ਼ਿਵ ਜੀ, ਸਾਰੇ ਦੇਵਤਿਆਂ ਨੇ, ਧਰਮਰਾਜ ਕੋ ਗੱਲ ਚੱਲੀ ਵੀ ਇੱਕ ਰੂਹ ਆਈ ਹੈ, ਉਹ ਕਹਿੰਦੀ ਵੀ ਮੈਨੂੰ ਭੇਟਾ ਦੇ ਦਿਓ, ਜਿਹੜਾ ਮੈਂ ਨਾਮ ਜਪਿਆ ਉਹਦਾ ਮੁੱਲ ਦੇ ਦਿਓ। ਸਾਰਿਆਂ ਨੇ ਸਿਜਦਾ ਕਰਤਾ। ਕਹਿੰਦੇ ਨਾਮ ਦਾ ਕੋਈ ਮੁੱਲ ਨਹੀਂ, ਨਾਮ ਜਪਣ ਵਾਲੇ ਨੂੰ ਸਵਰਗ ਮਿਲਦਾ। ਬੈਕੁੰਠ 'ਚ ਲੈ ਜਾਓ ਇਹਨੂੰ। ਇੱਕ ਘੜੀ ਸਾਧੂ ਦੀ ਸੰਗਤ ਨੇ ਬੇੜਾ ਬੰਨੇ ਲਾਤਾ। ਤੇ ਫਿਰ ਕਬੀਰ ਨੂੰ ਲਿਖਣਾ ਪੈ ਗਿਆ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ, ਤਿੰਨ ਲੀਆ ਅੰਚਲ ਲਾਏ। ਕਹਿੰਦੇ ਬਚਾ ਲਿਆ ਰੱਬ ਦੇ ਪਿਆਰਿਆਂ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਦਾ ਭਾਈ ਫਰੰਦਾ ਕਹਿੰਦਾ ਮਰਦਾਨਾ ਇਹਦੀ ਕੀਮਤ ਉਹ ਹੀ ਦੇ ਸਕਦਾ, ਪਰ ਉਹਦੇ ਕੋਲੋਂ ਮੈਂ ਨਹੀਂ ਲਵਾਂਗਾ। ਮਰਦਾਨਾ ਮਨ ਹੋਏ ਹਿਰਨਾ, ਬੂਝਤ ਤੇ ਕਤ ਐਸੇ। ਮਰਦਾਨਾ ਹੈਰਾਨ ਹੋ ਗਿਆ। ਕਹਿੰਦੇ ਭਾਈ ਸਾਹਿਬ ਜੀ, ਤੁਸੀਂ ਨਾਨਕ ਜੀ ਨੂੰ ਕਦੋਂ ਤੋਂ ਜਾਣਦੇ ਹੋ? ਤੁਸੀਂ ਤਾਂ ਮਿਲੇ ਹੀ ਅੱਜ ਆ ਮੈਨੂੰ, ਤੇ ਮੈਂ ਤੁਹਾਨੂੰ ਪਹਿਲੀ ਵਾਰੀ ਵੇਖਿਆ। ਤੇ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਕਦੀ ਮਿਲੇ ਵੀ ਨਹੀਂ। ਹੁਣ ਜਨਮਾਂ ਦੇ ਪੂਰਬਲੇ ਖੁੱਲਣ ਲੱਗੇ ਖਾਤੇ। ਤੋ ਭਾਈ ਸਾਹਿਬ ਜੀ ਮੁਸਕਰਾ ਪਏ। ਕਹਿੰਦੇ ਮਰਦਾਨਾ ਤੇ ਭਲੀ ਬਾਤ ਕੀਤੀ। ਮਰਦਾਨਾ ਕਹਿੰਦਾ ਤੈਨੂੰ ਇੰਨਾ ਪਿਆਰ ਬਾਬੇ ਨਾਲ ਕਿੱਦਾਂ ਹੋ ਗਿਆ? ਕਹਿੰਦੇ ਜੇ ਇੰਨੀ ਕੀਮਤੀ ਆ ਤੇ ਫਿਰ ਫਰੀ ਕਾਤੋਂ ਦੇਣ ਲੱਗਾ? ਬਾਬਾ ਨਾਨਕ ਕੋਈ ਤੇਰਾ ਰਿਸ਼ਤੇਦਾਰ ਹੈ, ਤੇਰਾ ਮਿੱਤਰ ਹੈ, ਜਾਂ ਤੇਰੇ ਨਾਲ ਕੋਈ ਉਹਦੀ ਸਾਂਝ ਹੈ? ਭਾਈ ਮਰਦਾਨਾ ਕਹਿੰਦੇ ਮੇਰੀ ਬੁਝਾਰਤ ਬੁੱਝ ਤੇ ਮੈਨੂੰ ਜਵਾਬ ਦੇ ਛੇਤੀ ਛੇਤੀ ਵੀ ਤੇਰਾ ਕੀ ਰਿਸ਼ਤਾ ਗੁਰੂ ਨਾਨਕ ਨਾਲ, ਜਿਹੜਾ ਤੂੰ ਐਡੀ ਕੀਮਤੀ ਚੀਜ਼ ਫਰੀ 'ਚ ਦੇਣ ਦਿਆਂ। ਐਵੇਂ ਥੋੜ੍ਹਾ ਚੀਜ਼ਾਂ ਦਈਆਂ ਜਾਂਦੀਆਂ। ਪਾਰਸ ਪੁੱਤਰ ਤੇ ਪਿਆਰ ਐਵੇਂ ਨਹੀਂ ਦਿੱਤੇ ਜਾਂਦੇ। ਜਿੱਦਾਂ ਕਹਿੰਦੇ
ਮਹਾਂਪੁਰਖ ਬਾਬਾ ਨਰੈਣ ਸਿੰਘ ਜੀ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਯਾਦ ਸੀ। ਤੇ ਨਾਭੇ ਦੇ ਰਾਜੇ ਹੀਰਾ ਸਿੰਘ ਨੇ ਆਖਿਆ ਬਾਬਾ ਜੀ ਪਾਠ ਸੁਣਨਾ ਤੁਹਾਡੇ ਤੋਂ। ਤੇ ਬਾਬਾ ਜੀ ਕਹਿੰਦੇ ਸੁਣਾਵਾਂਗੇ, ਪਰ ਇੱਕੇ ਚੌਂਕੜੇ 'ਚ ਸੁਣਾਵਾਂਗੇ, ਬਵੇਂਗਾ ਲਾਗੇ? ਕਹਿੰਦੇ ਜੀ ਸਿਰ ਤੇ ਹੱਥ ਰੱਖਿਓ, ਕੋਸ਼ਿਸ਼ ਕਰਾਂਗਾ, ਬਹਿਣਾ ਤੇ ਔਖਾ 48 ਘੰਟੇ, ਆਪਾਂ ਤਾਂ 35-40 ਮਿੰਟਾਂ 'ਚ ਇੱਦਾਂ ਉੱਦਾਂ ਕਰ ਲੈਂਦੇ, ਆਖੋ ਸਤਿਨਾਮ। ਹਜੇ ਗੁੱਸਾ ਨਾ ਕਰਿਓ, ਬਾਪੂ ਚੌਂਕੜਾ ਮਾਰਦੇ, ਜਿਹੜੇ ਆਉਣ ਵਾਲੇ ਮੁੰਡੇ ਕੁੜੀਆਂ ਇਹਨਾਂ ਦਾ ਕਹਾਣੀ ਖਤਮ ਆ। ਜਿਹੜੇ ਪਹਿਲੇ ਬਜ਼ੁਰਗ ਉਹ ਫਿਰ ਵੀ ਤਕੜੇ ਬਹਿ ਲੈਂਦੇ। ਆ ਜਿਹੜੇ 17, 25, 26 ਵਾਲੇ ਆ ਨਾ, ਇਹਨਾਂ ਨੂੰ ਲੱਕ ਦੀ ਪ੍ਰੋਬਲਮ ਹੀ, ਕੋਈ ਸਰਵਾਈਕਲ ਹੀ, ਰੋਗੀ ਹੋਏ ਪਏ ਮੋਬਾਈਲ ਵੇਖ ਵੇਖ ਕੇ, ਆਖੋ ਸਤਿਨਾਮ। ਸੱਚ ਹੈ। ਜਿਹੜੀ ਐਨਕ ਵੇਖੋ, ਆ ਕਈ ਬਾਪੂ ਬੈਠੇ 17 ਸਾਲਾਂ ਦੇ ਤੇ ਐਨ ਨਿੱਕਾ ਭਾਈ ਲਾਲੋ ਤੱਕ ਆ, ਤੇ ਆ ਜਿਹੜੇ ਨਿੱਕੇ ਨਿੱਕੇ ਆ ਨਾ, ਇਹਨਾਂ ਦੀ ਐਨਕ ਲਾ ਦਿਓ ਤੇ ਕਹਿੰਦੇ ਦੀਦਾ ਕੁਝ ਨਹੀਂ। ਸਾਡੇ ਘਰ ਮੇਰੀਆਂ ਛੋਟੀਆਂ ਭੈਣਾਂ ਏ, ਉਹਨੂੰ ਮੈਂ ਆਖਿਆ ਵੀ ਐਨਕ ਖੋਲੀ, ਮੈਂ ਕਹਿੰਦੇ ਵੀਰੇ ਮੈਨੂੰ ਤੇਰਾ ਚਿਹਰਾ ਨਹੀਂ ਦੀਦਾ, ਮੈਨੂੰ ਦੇ ਦੇ। ਮੈਂ ਕਿਹਾ ਜਦੋਂ ਤੇਰਾ ਵਿਆਹ ਹੋਇਆ ਤੇ ਜੇ ਰੱਬ ਨਾ ਕਰੇ ਤੇਰੀ ਐਨਕ ਟੁੱਟ ਜੇ ਤੇ ਲਾਵਾਂ ਕਿੱਦਾਂ ਕਰੇਂਗੀ? ਸੱਚ ਖਤਮ ਕਹਾਣੀ, ਗੁੱਸਾ ਨਾ ਕਰਿਓ। ਆਉਣ ਵਾਲਾ ਭਵਿੱਖ ਆਪਣਾ ਖਤਰੇ 'ਚ। ਚੱਕੀ ਫਿਰਿਓ ਕਿਤਾਬਾਂ ਨੂੰ ਤੇ ਸਰਟੀਫਿਕੇਟਾਂ ਨੂੰ, ਸਰੀਰ ਜਿਹੜਾ ਉਹ ਡਾਵਾਂ ਡੋਲ ਹੋ ਗਿਆ। ਕਈ ਵਾਰੀ ਆਪਾਂ ਗੱਲ ਕਰਦੇ ਵੀ ਆਪਾਂ ਤੇ ਇੰਨਾ ਕੁ ਕਰ ਕੁਰ ਲਿਆ, ਝੱਲ ਗਏ ਆ, ਇਹਨਾਂ ਤੋਂ ਤੇ ਰੋਟੀ ਨਹੀਂ ਪੱਕਣੀ ਬੱਚਿਆਂ ਤੋਂ, ਜਿੱਦਾਂ ਦੇ ਹਾਲਾਤ ਹੈ। ਆਟਾ ਨਹੀਂ ਗੁੱਝਣਾ ਇਹਨਾਂ ਤੋਂ। ਇਹ ਤੇ ਮਹਾਰਾਜ ਜੀ ਤਰਸ ਕਰ ਦੇਣ। ਜਵਾਨੀ ਖਾ ਗਏ ਗੋਰੇ, ਜਵਾਨੀ ਖਾ ਗਏ ਗੋਰੇ, ਤੇ ਬੱਚਿਆਂ ਨੂੰ ਖਾ ਗਿਆ ਮੋਬਾਈਲ, ਤੇ ਮਾਂ ਪਿਓ ਨੂੰ ਖਾ ਗਏ ਹੌਕੇ। ਇਹ ਪੰਜਾਬ ਦੀ ਅੱਜ ਦੀ ਕੰਡੀਸ਼ਨ ਹੈ। ਮੈਂ ਵਾਪਸ ਆਵਾਂ ਤੋ ਗੁਰੂ ਪਾਤਸ਼ਾਹ ਮਹਾਰਾਜ ਦੇ ਪ੍ਰਤੀ ਭਾਈ ਮਰਦਾਨਾ ਕਹਿੰਦਾ, ਫਰੰਦਾ ਜੀ ਮੈਨੂੰ ਦੱਸੋ ਤੁਹਾਡਾ ਕੀ ਰਿਸ਼ਤਾ ਬਾਬੇ ਨਾਲ? ਸ਼ੁਭ ਸੁਭਾਏ ਸ਼ੁਭ ਵੇਖ ਮਧੁਰ ਬਚ ਭੇਦ ਨ ਜਾਣਿਓ ਤੁਮਰਾ। ਔਰ ਕਹਿੰਦੇ ਹਨ ਬੜੇ ਮਿੱਠੇ ਸੁਭਾਅ ਦੇ ਮਾਲਕ ਭਾਈ ਫਰੰਦਾ ਜੀ, ਕਹਿੰਦੇ ਮਰਦਾਨਾ ਇਹ ਗੁੱਜਾ ਭੇਦ ਹੈ ਮੇਰੇ ਤੇ ਮੇਰੇ ਸਾਈਂ ਦਾ, ਇਹਨੂੰ ਖੋਲਣ ਦਾ ਯਤਨ ਨਾ ਕਰ। ਭਾਈ ਫਰੰਦਾ ਜੀ ਨੂੰ ਫਿਰ ਜਿੱਦ ਕੀਤੀ ਮਰਦਾਨੇ ਨੇ, ਤੇ ਭਾਈ ਸਾਹਿਬ ਜੀ ਕਹਿੰਦੇ ਮਰਦਾਨਾ ਦਰਅਸਲ ਵਿੱਚ ਇਹ ਰਬਾਬ ਜਿਹੜੀ ਹੈ ਨਾ, ਮ੍ਰਿਤਿਉ ਲੋਕ ਆ। ਮ੍ਰਿਤਿਉ ਲੋਕ ਕਹਿੰਦੇ ਮਾਤ ਲੋਕ ਆ ਜਿਹੜੇ ਆਪਾਂ ਇੱਥੇ, ਇਹ ਮ੍ਰਿਤਿਉ ਲੋਕ ਆ। ਮ੍ਰਿਤਿਉ ਲੋਕ ਤਾਂ ਕਿਹਾ ਵੀ ਜਿੰਨੇ ਆਪਾਂ ਬੈਠੇ ਆਪਾਂ ਸਾਰਿਆਂ ਮਰ ਜਾਣਾ। ਭਾਈ ਜਸਵੰਤ ਸਿੰਘ ਵੀ ਕਹਿ ਕੇ ਗਏ ਸੀ ਨਾ, ਕੋਈ ਆ ਕੇ ਕਹਿੰਦਾ ਬਾਬਾ ਜੀ ਮੈਨੂੰ ਕੋਈ ਉਪਦੇਸ਼ ਦਿਓ, ਕੋਈ ਦੱਸੋ ਗੁਰੂ ਬਾਰੇ ਗੱਲ, ਤੇ ਉਹ ਕਹਿੰਦੇ ਵੀ ਇੱਕੋ ਹੀ ਗੱਲ ਮੈਂ ਕਹੀ ਵੀ ਬਸ ਇੰਨਾ ਚੇਤਾ ਰੱਖ ਲਓ ਵੀ ਆਪਾਂ ਸਾਰਿਆਂ ਮਰ ਜਾਣਾ। ਇੰਨੀ ਗੱਲ ਲਿਖ ਲਓ ਇੱਥੇ ਵੀ ਆਪਾਂ ਮਰ ਜਾਣਾ ਜੀ, ਬਸ ਇਹੋ ਉਪਦੇਸ਼ ਚੇਤੇ ਰੱਖ ਲਿਓ, ਤੁਹਾਡੀ ਜ਼ਿੰਦਗੀ ਸੁਧਰ ਜਾ। ਅੱਜ ਉਹੀ ਬੰਦਾ ਟੁੱਟ ਗਿਆ ਗੁਰੂ ਨਾਲੋਂ, ਜਿਹਨੂੰ ਪਤਾ ਨਹੀਂ ਵੀ ਮੈਂ ਜਾਣਾ ਵੀ, ਧੰਦਿਆਂ 'ਚ ਹੀ ਵੜ ਗਿਆ। ਉਹ ਆਪ ਤੇ ਜਪਣਾ ਨਹੀਂ, ਜਿਹੜਾ ਜਪਦਾ ਉਹਨੂੰ ਵੀ ਜਪਣ ਨਹੀਂ ਦਿੰਦਾ। ਆਪ ਤੇ ਸੇਵਾ ਕਰਨੀ ਨਹੀਂ, ਜਿਹੜਾ ਕਰਨ ਦਿਆ ਉਹਨੂੰ ਵੀ ਢਾਉਣ ਨੂੰ ਫਿਰਦਾ ਹੀ, ਆਖੋ ਸਤਿਨਾਮ। ਤੋ ਇਸ ਕਰਕੇ ਆਪ ਤੇ ਬੂਟਾ ਲਾਉਣਾ ਕੋਈ ਨਹੀਂ, ਜਿਹੜਾ ਪਾਣੀ ਪਿਆਉਂਦਾ ਉਹਨੂੰ ਕਿਹਦੇ ਕਿਹੜੇ ਕੰਮ ਲੱਗਾ, ਰਹਿਣ ਦੇ ਸੁੱਕਣ ਦੇ। ਤੋ ਇਸ ਕਰਕੇ ਸਾਧ ਸੰਗਤ ਜੀ, ਮੇਰੇ ਪਾਤਸ਼ਾਹ ਮਹਾਰਾਜ ਦੇ ਪ੍ਰਤੀ ਫਰੰਦਾ ਕਹਿੰਦਾ ਬਾਬਾ ਮਰਦਾਨਾ ਇਹ ਰਬਾਬ ਇੱਥੇ ਨਹੀਂ ਬਣੀ, ਪਰ ਮੇਰੀ ਗੱਲ ਸੁਣ ਲਾ, ਤੂੰ ਮੈਨੂੰ ਛੇੜ ਲਿਆ, ਗੱਲਾਂ ਕਿਸੇ ਹੋਰ ਕੋ ਨਾ ਕਰੀ। ਪਰ ਅੱਜ ਮਹਾਰਾਜ ਨੇ ਆਪਾਂ ਨੂੰ ਵੇਖੋ ਸਾਰਾ ਇਤਿਹਾਸ, ਕਹਿੰਦੇ ਇਹ ਰਬਾਬ ਦਰਗਾਹੀ ਹੈ, ਉਹ ਦਰਗਾਹ 'ਚੋਂ ਲੈ ਕੇ ਆਇਆ, ਇਹ ਧਰਤੀ ਤੇ ਨਹੀਂ ਬਣੀ, ਤਾਈਓ ਤੂੰ 5 ਦਿਨ ਲੱਭਦਾ ਰਿਹਾ, ਤੈਨੂੰ ਮੈਂ ਲੱਭਾ ਨਹੀਂ। ਇਸ ਕਰਕੇ ਇੱਕ ਚੀਜ਼ ਹੈ ਵੀ ਇਹ ਇਸ ਧਰਤੀ ਤੇ ਨਹੀਂ ਬਣਿਆ, ਇਹ ਦਰਗਾਹ 'ਚੋਂ ਰਬਾਬ ਆਈ ਹੈ, ਤੇ ਗੁਰਬਾਣੀ ਵੀ ਤੁਰਕੀ ਬਾਣੀ, ਉੱਥੇ ਜਿਹੜਾ ਬਾਣੀ ਪੜ੍ਹਦਾ ਰਹਿੰਦਾ ਲਗਾਤਾਰ, ਉਹਨੂੰ ਬਾਣੀ ਉੱਥੇ ਹੀ ਲੈ ਜਾਂਦੀ ਹੈ। ਅੰਤ ਅਗਰ ਸੋ ਨਹੀਂ ਵਜਾਵੋ ਸ੍ਰੀ ਨਾਨਕ ਚੇਤ ਕੀਐ। ਇਹਦੇ ਮਰਦਾਨਾ ਇੱਕ ਗੱਲ ਸਦਾ ਚੇਤੇ ਰੱਖਣੀ, ਇਸ ਰਬਾਬ ਨੂੰ ਕਿਸੇ ਦੇ ਅੱਗੇ ਹੋਰ ਨਹੀਂ ਵਜਾਉਣਾ। ਇਹ ਨਾ ਹੋਵੇ ਕੋਈ ਤੈਨੂੰ ਕਹੇ ਮਰਦਾਨਿਆ ਸੁਣਾ ਮਾੜਾ ਜਿਹਾ, ਤੂੰ ਖੋਲ ਕੇ ਬਹਿ ਜਾ, ਆਖੋ ਸਤਿਨਾਮ। ਇਹ ਗੱਲ ਪੱਕੀ ਇੱਥੇ ਲਿਖ ਲਾ ਆਪਣੇ ਹਿਰਦੇ 'ਚ। ਇਹ ਰਬਾਬ ਨੂੰ ਜਦੋਂ ਵੀ ਵਜਾਉਣਾ ਤੇ ਗੁਰੂ ਨਾਨਕ ਦੇ ਹੁਕਮ ਅਨੁਸਾਰ ਤੇ ਗੁਰੂ ਨਾਨਕ ਦੇ ਕੋਲ ਵਜਾਈ, ਕਿਸੇ ਦੇ ਬੂਹੇ ਤੇ ਮੰਗਣ ਵਾਸਤੇ ਨਾ ਵਜਾਈ। ਤੇ ਅੱਜ ਮਰਦਾਨੇ ਨੂੰ ਗੁੱਸਾ ਚੜ੍ਹਦਾ ਹੋਊ, ਜਦੋਂ ਸਾਡੇ ਵਰਗੇ ਕਥਾਵਾਚਕ ਰਾਗੀ ਆ ਮੋਬਾਈਲ ਦੇ ਵਿੱਚ ਕਿੱਦਾਂ ਮਿੰਨਤਾਂ ਕਰਨ ਦੇ ਲੋਕਾਂ ਦੀ। ਭਾਵੇਂ ਤੁਸੀਂ ਸਹਿਮਤ ਹੋ, ਮੈਨੂੰ ਤੇ ਬਹੁਤ ਲੱਗੀ ਇਹ ਗੱਲ। ਆਪੋ ਆਪਣਾ ਹਿਰਦਾ ਹੁੰਦਾ ਵੀ ਇੱਕ ਗੁਰੂ ਰਾਮਦਾਸ ਦੀ ਗੋਦੀ ਦਾ ਸ਼ਿੰਗਾਰ ਰਾਗੀ ਸਿੰਘ, ਜਿਨ੍ਹਾਂ ਦੇ ਦੁਨੀਆ ਪੈਰ ਧੋ ਧੋ ਪੀਂਦੀ, ਕਿੱਡੀ ਕੁ ਨੌਬਤ ਆ ਗਈ ਆ ਵੀ ਉਹ ਕਿਤੇ ਭੁੱਖੇ ਮਾਰ ਦੇਣ ਲੱਗਾ।
ਜਾਂ ਤੇ ਫਿਰ ਪਾਠ ਕਰਨਾ ਛੱਡ ਦਿਓ। ਫਿਰ ਤੁਸੀਂ ਰੋਜ਼ ਰਹਿ ਰਾਸ 'ਚ ਕਹਿੰਦੇ ਆ ਸੈਲ ਪੱਥਰ ਮੈਂ ਜੰਤਿ ਉਪਾਏ ਤਾ ਕਾ ਰਿਜਕਾ ਗੈ ਕਰ ਧਰਿਆ। ਫਿਰ ਰਹਿ ਰਸ ਕਿਉਂ ਪੜ੍ਹਦੇ ਆ? ਊਡੇ ਊਡਾਵੈ ਸੈ ਕੋ ਸਾਂ ਤਿਸ ਪਾਛੈ ਬਜਰੇ ਛਰਿਆ ਤਿਨ ਕਵਣ ਖਿਲਾਵੈ ਮਰ ਮਹਿ। ਅਸੀਂ ਕੀਰਤਨ ਕਥਾ ਨੂੰ ਮਹਾਰਾਜ ਨੇ ਸਾਨੂੰ ਦਿੱਤਾ ਸੀ ਵੀ ਖੁਸ਼ੀ 'ਚ ਆਪਣਾ ਕਿਰਤ ਹੋਰ ਕਰਿਓ ਤੇ ਇਹਨੂੰ ਕਿਰਤ ਨਾ ਬਣਾਇਓ, ਇਹਨੂੰ ਕੀਰਤ ਰਹਿਣ ਦਿਓ। ਜਦੋਂ ਕੋਈ ਚਾਹ ਵਾਲਾ ਹੋਵੇ ਉਹਨੂੰ ਸੁਣਾਇਓ ਤੇ ਇਹਦੀ ਸੇਵਾ ਕੋ ਨਾ ਮੰਗਿਓ ਤੇ ਤਰ ਜਾਓਗੇ। ਤੇ ਹੁਣ ਇਹ ਬਿਜ਼ਨਸ ਬਣ ਗਿਆ ਵਾ, ਮੈਂ ਸੰਗੂਗਾ ਨਹੀਂ ਕਹਿਣ ਤੋਂ ਲਾਈਵ ਚੱਲਣ ਦਿਆ, ਹੁਣ ਬਿਜ਼ਨਸ ਆ। ਅੱਗੇ ਇੱਕ ਮਹਾਂਪੁਰਖ ਬੜੇ ਗਰਮ ਹੋਏ, ਕਹਿੰਦੇ ਜਿਹੜੇ ਵੱਡੇ ਜਥੇ ਆ ਹੁਣ ਆ 5-7 ਜਥੇ ਜਿਨ੍ਹਾਂ ਦੇ ਨਾਂ ਬਣ ਗਏ ਆ 1.25 ਲੱਖ ਰੁਪਈਆ ਭੇਟਾ ਲੈਂਦਾ। ਤੇ ਗੁਰੂ ਗੋਬਿੰਦ ਸਿੰਘ ਨੇ ਪੁੱਤਾਂ ਤੇ ਖੱਫਨ ਨਹੀਂ ਪਾਇਆ ਸਾਡੇ ਲਈ। ਜੇ ਮਾਲਾ ਸੰਗਤਾਂ ਸਾਰੀ ਤੁਹਾਨੂੰ ਸੁਣਨਾ ਚਾਹੁੰਦੀ ਆ, ਉਹ ਕਹਿੰਦੇ ਭਾਈ ਸਾਹਿਬ ਤੁਹਾਨੂੰ ਸੱਦਣਾ, ਤੁਸੀਂ ਅੱਗੋਂ ਆਖਣ ਦੇ 1.25 ਲੱਖ ਲਊਂਗਾ। ਤੇ ਮਹਾਰਾਜ ਨੇ ਤੇ ਕਿਤੇ ਨਹੀਂ ਲਿਖਿਆ। ਮਹਾਰਾਜ ਨੇ ਤੇ ਕੌਮ ਦੇ ਬਦਲੇ ਭਾਈ ਦਇਆ ਸਿੰਘ ਕਹਿੰਦੇ ਜੇ ਹੁਕਮ ਕਰੇ ਤੇ ਮੈਂ ਪੱਗ ਪਾੜ ਕੇ ਦੋਹਾਂ ਦਾ ਮੂੰਹ ਢੱਕਦਾ। ਤੇ ਫਿਰ ਅਸੀਂ ਜਾਇਜ਼ ਕਰ ਲਈਏ, ਕਿੱਡੀ ਗੱਲ ਹੈ। ਪਰ ਅਸੀਂ ਅੱਜ ਆਪਣਾ ਆਪਾ ਗਵਾ ਲਿਆ। ਅਸੀਂ ਸੋਚਿਆ ਵੀ ਚੱਲ ਮਸ਼ਹੂਰ ਹੋ ਗਏ, ਸੰਗਤਾਂ ਦੇਈ ਜਾਂਦੀਆਂ, ਪਰ ਯਾਦ ਰੱਖਿਓ ਭਾਈ ਮੰਝ ਸੰਗਤ ਦੀ ਝੂਠ ਦਾ ਪ੍ਰਸ਼ਾਦਾ ਛਕਦਾ ਸੀ। ਤੇ ਮਹਾਰਾਜ ਕਹਿੰਦੇ ਇਹ ਕੀ ਕਰਦਾ ਜਿਹੜੇ ਕੀੜੇ ਮਕੌੜੇ ਤੇਰੀ ਜਾਨ ਨੂੰ ਰੋਣਗੇ। ਉਹ ਵਹਿਣੀਆਂ 'ਚ ਬੈਠੇ ਡੀਕਣ ਦੇ ਵੀ ਸਾਡੇ ਤੱਕ ਆਵੇ, ਤੂੰ ਤੇ ਉਹਨਾਂ ਦਾ ਹੱਕ ਖਾਈ ਜਾਣਾ। ਭਾਈ ਮੰਝ ਦਾ ਜੀਵਨ ਪੜ੍ਹਿਓ, ਰੋ ਪਿਆ, ਕਹਿੰਦੇ ਪਾਤਸ਼ਾਹ ਮੈਂ ਤੇ ਲੰਗਰ ਨਹੀਂ, ਮੈਂ ਤੇ ਝੂਠ ਖਾਣਾ। ਮਹਾਰਾਜ ਕਹਿੰਦੇ ਇਹ ਵੀ ਕਿਸੇ ਦਾ ਹੱਕ ਹੈ। ਤੇ ਫਿਰ ਸਾਰੀ ਰਾਤ ਖੂਹ 'ਚ ਖੜੋਤਾ ਰਿਹਾ ਬਾਲਣ ਲੈ ਕੇ। ਤੇ ਬਾਪੂ ਪਾਤਸ਼ਾਹ ਜੀ ਨੇ ਆਖਿਆ ਬਾਲਣ ਸੁੱਟ ਦੇ। ਕਹਿੰਦੇ ਨਹੀਂ ਪਾਤਸ਼ਾਹ ਤੇਰਾ ਲੰਗਰ ਪੱਕਣਾ, ਪਹਿਲਾਂ ਬਾਲਣ ਕੱਢੋ, ਮੈਨੂੰ ਬਾਅਦ 'ਚ ਕੱਢਿਓ। ਤੇ ਅੱਜ ਕੀ ਹਾਲਾਤ ਬਣਾਤਾ ਇਹਨਾਂ ਕੌਮ ਦੇ। ਕਹਿਣ ਨੂੰ ਜੋ ਮਰਜ਼ੀ ਕਹੋ, ਇੱਦਾਂ ਨਹੀਂ ਚਾਹੀਦਾ। ਠੀਕ ਹੈ ਜਿਹੜਾ ਸ਼ਰਧਾ ਵਾਲਾ, ਪਰ ਜੇ ਕੋਈ ਤੁਹਾਨੂੰ ਸੁਣਨਾ ਚਾਹੁੰਦਾ ਵਾ ਤੇ ਤੁਸੀਂ ਉਹਨੂੰ ਭੇਟਾ ਹੀ ਨਹੀਂ ਦੱਸਦੀ, ਉਹ ਤੁਹਾਨੂੰ ਸਾਧ ਹੀ ਨਹੀਂ ਸਕਦਾ। ਪਰ ਇਹ ਗੱਲਾਂ ਇੱਥੇ ਰਬਾਬ ਜਦੋਂ ਸਾਡਾ ਸ਼ੁਰੂ ਹੋਇਆ ਇਤਿਹਾਸ ਨਾ ਸਾਡਾ ਕੀਰਤਨ, ਇਹ ਕਥਾ ਉੱਥੇ ਪਹੁੰਚੀ ਹੈ। ਭਾਈ ਫਰੰਦੇ ਨੇ ਕੀ ਬਚਨ ਲਿਆ? ਇਹ ਰਬਾਬ ਕਿਸੇ ਦੇ ਬੂਹੇ ਤੇ ਮੰਗਣ ਵਾਸਤੇ ਨਹੀਂ ਵਜਾਉਣੀ, ਇਹਨੂੰ ਜਦੋਂ ਵੀ ਵਜਾਉਣਾ ਹੀ ਤੇ ਬਾਬੇ ਦੇ ਬੂਹੇ ਤੇ। ਆ ਵਿਵਾਦਾਂ ਵਿੱਚ ਆਇਆ ਨਾ ਇੱਕ ਢਾਡੀ ਜਥਾ, ਉਹ ਕਿਸੇ ਵਿਆਹ ਦੇ ਵਿੱਚ ਉੱਥੇ ਗਾਏ ਤੇ ਕਿਸੇ ਨੇ ਆਖਿਆ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਨਹੀਂ ਹੈਗਾ। ਪੈਸੇ ਖਾਤਰ ਹੀ ਗਾਤਾ ਉਹਨਾਂ ਨੇ, ਗੀਤ ਗੂਤ ਬਾਜੇ ਲਾ ਕੇ। ਤੇ ਅਸਲ ਵਿੱਚ ਮਰਜ਼ਾਦਾ ਵਾ ਵੀ ਸਿੱਖ ਨੇ ਉੱਥੇ ਕਥਾ ਕੀਰਤਨ ਤੇ ਰਾਗ ਗਾਉਣਾ ਜਿੱਥੇ ਗੁਰੂ ਸਾਹਿਬ ਮੌਜੂਦ ਹੋਣ। ਤੇ ਫਿਰ ਕਿੱਥੇ ਲੇਖਾ ਦੇਵਾਂਗੇ? ਭਾਈ ਨਿਰਮਲ ਸਿੰਘ ਜੀ ਚੋਲਾ ਸਾਹਿਬ ਸ਼ਹੀਦ, ਉਹਨਾਂ ਦੀ ਜ਼ੁਬਾਨ ਵੜਤੀ ਸੀ ਸ਼ਹੀਦ ਕਰਨ ਤੋਂ ਪਹਿਲਾਂ, ਫਿਰ ਗੋਲੀਆਂ ਮਾਰੀਆਂ। ਵਿਦੇਸ਼ਾਂ ਵਿੱਚ ਉਹਨਾਂ ਦਾ ਸਤਿਕਾਰ ਹੈ। ਉਹਨਾਂ ਦਾ ਜੀਵਨ ਇੱਕ ਸਿਪਾਹੀ ਨੇ ਦੱਸਿਆ ਸੀ, ਜਿਹੜਾ ਗਨਮੈਨ ਸੀ ਨਾ DSP ਦਾ, ਜਿੱਥੇ ਉਹਨੂੰ ਮਾਰਿਆ, ਉਹ ਸਿਪਾਹੀ ਸੀ ਉੱਥੇ ਛੋਟਾ। ਉਹ ਕਹਿੰਦਾ ਮੇਰੇ ਸਾਹਮਣੇ ਉਹਨੇ ਪਿੱਛੇ ਜੇ ਬਿਆਨ ਦਿੱਤਾ, ਕਹਿੰਦੇ ਭਾਈ ਸਾਹਿਬ ਨੂੰ ਕਹਿੰਦੇ ਤੇਰੀ ਆਵਾਜ਼ ਬੜੀ ਸੋਹਣੀ ਗਾ। ਤੇ ਭਾਈ ਨਿਰਮਲ ਸਿੰਘ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿਓ, ਜੋ ਮਰਜ਼ੀ ਸੁਣ ਲਿਓ, ਮੈਂ ਕਿਸੇ ਕੁੱਤੇ ਬਿੱਲੇ ਦੇ ਅੱਗੇ ਨਹੀਂ ਗਾਉਣਾ। ਇਹ ਰੱਬ ਦੀ ਸਿਫਤ ਆ, ਰੱਬ ਦੇ ਦਰਬਾਰ 'ਚ ਗਾਊਂਗਾ। ਤੇ ਕਹਿੰਦੇ ਇੰਨੇ ਗੁੱਸੇ 'ਚ ਆ ਗਿਆ ਉਹ ਅਫਸਰ, ਕਹਿੰਦਾ ਇਹਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਇਹਦੀ ਜ਼ੁਬਾਨ ਵੱਢ ਦਿਓ। ਉਹਦੀ ਜ਼ੁਬਾਨ ਵੱਢੀ ਗਈ ਤੇ ਬਾਅਦ ਵਿੱਚ ਉਹਨਾਂ ਦਾ ਸਰੀਰ ਨਹੀਂ ਲੱਭਾ। ਕੌਮੀ ਸ਼ਹੀਦ ਨੇ ਉਹ। ਤੋ ਇਸ ਕਰਕੇ ਪੰਜਾਬ ਦੀ ਕੋਇਲ ਦਾ ਲਖਬ ਮਿਲਿਆ ਸੀ ਉਹਨਾਂ ਨੂੰ, ਇਹ ਖਜ਼ਾਨਾ ਬਹੁਤ ਵੱਡਾ। ਅੱਜ ਕੱਖਾਂ ਤੋਂ ਹੌਲਾ ਕਰਕੇ ਰੱਖਤਾ ਸੀ ਸਾਰਿਆਂ ਨੇ। ਕੀ ਸੋਚਦੇ ਹੋਣਗੇ ਦੂਜੇ ਧਰਮਾਂ ਦੇ ਲੋਕ ਵੀ ਇਹਨਾਂ ਦੇ ਜਿਹੜੇ ਬਾਣੀ ਗਾਉਣ ਵਾਲੇ ਉਹ ਤਾਂ ਵਿਚਾਰੇ ਤਰਲੇ ਲੈਂਦੇ, ਹੱਥ ਜੋੜਦੇ, ਸਾਡੇ ਧਰਮ ਦੀ ਹਾਨੀ ਨਹੀਂ ਇਹਦੇ ਵਿੱਚ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰੰਦਾ ਕਹਿੰਦਾ ਮਰਦਾਨਾ ਇਹ ਰਬਾਬ ਨੂੰ ਕਦੇ ਕਿਸੇ ਦੇ ਬੂਹੇ ਤੇ ਨਾ ਵਜਾਈ। ਆ ਜੰਮੂ ਦੇ ਵਿੱਚ, ਬੰਬੇ ਦੇ ਵਿੱਚ, ਯੂਪੀ ਦੇ ਵਿੱਚ ਗਿਆਨੀ ਪਿੰਦਰਪਾਲ ਜੀ ਕਹਿੰਦੇ ਅਸੀਂ ਗਏ, ਕਹਿੰਦੇ ਹਰ ਘਰ ਦੇ ਵਿੱਚ 2 ਵਾਜੇ ਤੇ ਤਬਲਾ ਪਿਆ। ਕਹਿੰਦੇ ਅਸੀਂ ਰਾਤ ਰਹੇ, ਪੁੱਛਿਆ ਵੀ ਤੁਹਾਡੇ ਸਾਰਿਆਂ ਘਰਾਂ 'ਚ ਕੀਰਤਨ ਵਾਲੇ ਆ? ਕਹਿੰਦੇ ਹਾਂਜੀ ਬਾਬਾ ਜੀ ਸਾਡੇ ਬੱਚੇ ਕੀਰਤਨ ਕਰਦੇ। ਉਹ ਕਹਿੰਦਾ ਫਿਰ ਪ੍ਰੋਗਰਾਮਾਂ ਤੋਂ ਬੜੇ ਲੜਦੇ ਹੋਣੇ। ਆਖੋ ਸਤਿਨਾਮ। ਉਹ ਕਹਿੰਦੇ ਬਾਬਾ ਜੀ ਪ੍ਰੋਗਰਾਮ ਨਹੀਂ ਕਰਦੇ, ਅਸੀਂ ਗੁਰੂ ਨਾਨਕ ਦਾ ਸੁਪਨਾ ਪੂਰਾ ਕੀਤਾ। ਗੁਰੂ ਨਾਨਕ ਦਾ ਸੁਪਨਾ ਸੀ ਇੱਕ ਮੇਰੇ ਬਾਪੂ ਦਾ ਵੀ ਘਰ ਘਰ ਬਾਬਾ ਵਜਨ ਤਾਲ ਨਿਰਦੰਦਰ ਬਾਬਾ। ਮਹਾਰਾਜ ਦਾ ਸੁਪਨਾ ਸੀ ਵੀ ਪੁੱਤ ਸਿੱਖਿਓ ਨਾ ਕਿ ਜਿੰਨਾ ਕੁ ਆਪ ਆਪਣੀ ਰੂਹ ਵਾਸਤੇ ਗਾਇਓ। ਤੇ ਹੁਣ ਸਿੱਖਦਾ ਹੀ ਉਹ ਆ ਜਿਹਨੇ ਪ੍ਰੋਗਰਾਮ ਕਰਨਾ। ਦੂਜਾ ਕਹਿੰਦਾ ਮੈਂ ਕੀ ਕਰਨਾ ਸਿੱਖ ਕੇ। ਇਹ ਚੀਜ਼ ਨਹੀਂ ਸੀ ਬਾਪੂ ਨੇ ਕਹੀ। ਉਹ ਕਹਿੰਦੇ ਸਾਡੇ ਬੱਚੇ ਕੋਈ ਡਾਕਟਰ ਹੈ,
ਕੋਈ ਪਾਇਲਟ ਹੈ, ਕੋਈ ਇੰਜੀਨੀਅਰ ਹੈ, ਕੋਈ ਕਿਸੇ ਪੋਸਟ ਤੇ ਹੈ। ਤੇ ਜਦੋਂ ਸਵੇਰੇ ਉੱਠਦੇ ਆ ਨਾ, ਸਵੇਰੇ, ਇਹ ਭਾਈ ਸਾਹਿਬ ਦੀ ਜ਼ੁਬਾਨੀ ਹੈ, ਉਹ ਕਹਿੰਦੇ ਵੀ ਸਵੇਰੇ ਉੱਠ ਕੇ ਉਹ ਆਸਾ ਦੀ ਵਾਰ ਦਾ ਕੀਰਤਨ ਕਰਦੇ, ਅਸੀਂ ਸਾਰਾ ਪਰਿਵਾਰ ਬਹਿ ਕੇ, ਫਿਰ ਉਹ ਆਪਣੀ ਜੌਬ ਤੇ ਚੱਲ ਜਾਂਦੇ ਆ। ਬਾਅਦ 'ਚ ਸ਼ਾਮਾਂ ਨੂੰ ਜੌਬ ਤੋਂ ਆਉਂਦੇ ਆ, ਰਹਿ ਰਸ ਦਾ ਪਾਠ ਕਰਕੇ ਤੇ ਆਰਤੀ ਕਰਦੇ ਆ, ਤੇ ਅਸੀਂ ਸਾਰਾ ਪਰਿਵਾਰ ਬਹਿ ਕੇ, ਅਸਲ 'ਚ ਆਹ ਕੰਮ ਸੀ ਬਾਬੇ ਨੇ ਕਿਹਾ, ਅਸੀਂ ਇਹਨੂੰ ਹੋਰ ਪਾਸੇ ਲੈ ਤੁਰੇ। ਤੇ ਫਿਰ ਹੁਣ ਮੰਗੋ, ਕੱਢੋ ਤਰਲੇ। ਅਸਲ ਵਿੱਚ ਬਾਬੇ ਨੇ ਕਿਹਾ ਸੀ ਇਹਨੂੰ ਕੀਰਤਨਾ ਬਣਾਇਓ, ਇਹਨੂੰ ਕੀਰਤ ਬਣਾਇਓ, ਆਪਣੀ ਰੂਹ ਵਾਸਤੇ ਗਾਇਓ, ਇਹਨੂੰ ਮਾਇਆ ਵਾਸਤੇ ਨਾ ਗਾਇਓ, ਆਪਣੇ ਹੋਰ ਧੰਦੇ ਕਰਿਓ। ਤੇ ਸੱਚ ਜੇ ਆਪਣੇ ਬੱਚਿਆਂ ਨੂੰ ਵਧੀਆ ਸਟੱਡੀ ਕਰਾਓ, ਵਧੀਆ ਸਕੂਲਾਂ 'ਚ ਪੜ੍ਹਾਓ, ਚੰਗੀ ਜੌਬ ਤੇ ਲਵਾਓ, ਪਰ ਉਹਨਾਂ ਨੂੰ ਕੀਰਤਨ ਕਥਾ ਸਿਖਾਓ। ਉਹ ਕਾਹਦੇ ਵਾਸਤੇ? ਪ੍ਰੋਗਰਾਮ ਕਰਨ ਲਈ ਨਹੀਂ, ਤੁਹਾਡੇ ਘਰ 'ਚ ਗੁਰੂ ਨਾਨਕ ਦੀ ਆਵਾਜ਼ ਬੁਲੰਦ ਰਵੇ। ਹੁਣ ਜਿਹੜਾ ਕਿਹੜਾ ਕਹਿੰਦਾ ਮੈਂ ਨਹੀਂ ਆਪਦੇ ਮੁੰਡੇ ਨੂੰ ਕੀਰਤਨ ਸਿਖਾਉਣਾ, ਤੇ ਨਾ ਸਿਖਾ। ਜਿਹੜਾ ਕੋਈ ਮੈਂ ਨਹੀਂ ਆਪਣੇ ਮੁੰਡੇ ਨੂੰ ਗ੍ਰੰਥੀ ਬਣਾਉਣਾ, ਇਹ ਕੀ ਕਰਨ ਦਾ? ਅਸੀਂ ਬਾਬੇ ਨਾਲ ਇਨਸਾਫ ਥੋੜਾ ਕਰਨ ਦਾ। ਇਹ ਚੀਜ਼ਾਂ ਪ੍ਰੋਗਰਾਮ ਕਰਨ ਨੂੰ ਨਹੀਂ ਸੀ, ਸਾਡਾ ਧਰਮ ਸੀ, ਸਾਡਾ ਧਰਮ। ਪੁਰਾਣੇ ਸਿੱਖਾਂ ਦੀ ਭਗਤਮਾਲਾ ਪੜ੍ਹ ਲਿਓ, ਬਾਬਾ ਮਣੀ ਸਿੰਘ ਦੀ, ਡੱਲੇਵਾਸੀ 72 ਮਹਾਂਪੁਰਖਾਂ ਦਾ ਜੀਵਨ ਲਿਖਿਆ ਬਾਬਾ ਬਲਕਾਰ ਸਿੰਘ ਜੀ। ਕੱਲੀ ਕੱਲੀ ਗੱਲ ਵੀ ਸਿੱਖ ਕਿੱਦਾਂ ਕਿੱਦਾਂ ਜਾਂਦੇ ਰਹੇ, ਕਿਹੜੀ ਕਿਹੜੀ ਸੇਵਾ ਲਾਈ। ਇੱਥੋਂ ਤੱਕ ਲਿਖਿਆ ਕਿ ਬੂਲਾ ਤੇ ਪਾਂਧਾ ਨੂੰ ਮਹਾਰਾਜ ਨੇ ਆਖਿਆ ਤੁਸੀਂ ਕਥਾ ਕੀਰਤਨ ਕਰਨਾ ਤੇ ਸੇਵਾ ਨਹੀਂ ਕਿਸੇ ਤੋਂ ਲੈਣੀ। ਕੋਈ ਆਪਣੀ ਮਰਜ਼ੀ ਨਾਲ ਤੁਹਾਡੀ ਜੇਬ 'ਚ ਪਾ ਦੇ ਤੇ ਉਹਨੂੰ ਮੋੜਿਓ ਨਾ, ਪਰ ਮੂੰਹ ਖੋਲ ਕੇ ਕਿਸੇ ਤੋਂ ਮੰਗਿਓ ਨਾ, ਤੁਹਾਨੂੰ ਕਮੀ ਨਹੀਂ ਆਊਗੀ। ਹੁਣ ਇਹਨਾਂ ਸਿੱਖਾਂ ਨੂੰ ਮੈਂ ਕਿੱਧਰ ਲੈ ਕੇ ਜਾਵਾਂ ਉਹ ਗ੍ਰੰਥ ਨੂੰ? ਜਦੋਂ ਅਸੀਂ ਆਪ ਮੂੰਹੋਂ ਹੀ ਕਹਿਣ ਲੱਗ ਪਏ ਹਾਂ ਵੀ ਹੁਣ ਆਹ ਚੀਜ਼ ਕਰੋ, ਇਸ ਕਰਕੇ ਹੁਣ ਘਾਟਾ ਪੈਣਾ ਹੀ ਹੈ। ਮਹਾਰਾਜ ਨੇ ਬਚਨ ਕੀਤੇ ਫਰੰਦੇ ਨੇ, ਕਹਿੰਦੇ ਮਰਦਾਨਾ ਇਹਦੀ ਕੀਮਤ ਕੋਈ ਨਹੀਂ, ਇਹਨੂੰ ਬਾਬੇ ਤੋਂ ਬਿਨਾ ਕਿਸੇ ਦੇ ਬੂਹੇ ਤੇ ਨਹੀਂ ਵਜਾਉਣਾ। ਬਜਾਓ ਚਲ ਮਰਦਾਨਾ, ਸੰਗ ਚਲੂੰ ਮੈਂ ਤੇਰੇ। ਕਹਿੰਦੇ ਇੰਨੇ ਬਚਨ ਕਰਕੇ ਤੇ ਮਰਦਾਨਾ ਕਹਿੰਦਾ ਬਾਬਾ ਛੇਤੀ ਕਰ, 5 ਦਿਨ ਹੋ ਗਏ ਗੁਰੂ ਨਾਨਕ ਦਾ ਦਰਸ਼ਨ ਨਹੀਂ ਕੀਤਾ, ਮੈਂ ਤੇ ਤੜਫਿਆ ਪਿਆ, ਇੱਕ ਘੜੀ ਨਾ ਮਿਲਤੇ ਇਹ ਮੈਨੂੰ ਛੇਤੀ ਰਬਾਬ ਦੇ ਦੇ। ਤੇ ਭਾਈ ਫਰੰਦਾ ਕਹਿੰਦਾ ਮਰਦਾਨਾ ਤੂੰ ਬੜਾ ਸਿਆਣਾ ਲੱਗਦਾ, ਬੜੀ ਕਾਹਲੀ ਕਰਦਾ, ਜੇ ਤੇਰਾ ਰੂਹ ਤੜਫਦਾ ਤੇ ਮੇਰਾ ਵੀ ਤੜਫਦਾ, ਮੇਰਾ ਵੀ ਜੀ ਕਰਦਾ। ਮੈਂ ਏਡੀ ਦੂਰੋਂ ਦਰਗਾਹ 'ਚ ਆ ਗਿਆ ਰਬਾਬ ਲੈ ਕੇ, ਤੇ ਸੁਲਤਾਨਪੁਰ 4 ਕਦਮ, ਮੈਂ ਵੀ ਨਾਨਕ ਦੇ ਦਰਸ਼ਨ ਹੁਣ ਕਰਕੇ ਹੀ ਜਾਵਾਂਗਾ। ਇਸ ਕਰਕੇ ਤੂੰ ਕੱਲਾ ਨਹੀਂ, ਹੁਣ ਆਪਾਂ ਦੋਵੇਂ ਚੱਲਾਂਗੇ। ਪਾਦ ਪਦਮ ਕੋ ਦਰਸ਼ਨ ਕੇ ਹਿਰਦੇ ਲਾਲਸਾ ਮੇਰੇ। ਕਹਿੰਦੇ ਮੇਰੇ ਅੰਦਰ ਵੀ ਤੜਫ ਬਣੀ ਪਈ ਆ, ਕਿਹੜਾ ਵੇਲਾ ਹੋਵੇ ਮੇਰੇ ਨਾਨਕ ਜੀ ਸਾਹਮਣੇ ਆਉਣ ਤੇ ਮੈਂ ਰੱਜ ਰੱਜ ਕੇ ਦਰਸ਼ਨ ਕਰਾਂ। ਜੁਗਲ ਚਲੇ ਉਰ ਹਲਕ ਬਿਸਰਨਾ, ਪਹੁੰਚੇ ਜਾ ਕਿਰਪਾਲਾ। ਔਰ ਕਹਿੰਦੇ ਚੱਲਦੇ ਚੱਲਦੇ ਭਾਈ ਫਰੰਦਾ ਤੇ ਭਾਈ ਮਰਦਾਨਾ ਉੱਥੇ ਆਣ ਪਹੁੰਚੇ ਜਿੱਥੇ ਗੁਰੂ ਨਾਨਕ ਸਾਹਿਬ ਸਜੇ ਹਨ। ਅਜੇ ਅਰਵਿੰਦ ਆਨੰਦ ਕੰਦ ਕੇ ਪਰਸੇ ਤਰ ਕਰ ਭਾਲਾ। ਆਹ ਕਹਿੰਦੇ ਭਾਈ ਫਰੰਦੇ ਤੇ ਮਰਦਾਨੇ ਨੇ ਲੰਮੇ ਪੈ ਕੇ ਗੁਰੂ ਨਾਨਕ ਨੂੰ ਨਮਸਕਾਰ ਕੀਤੀ, ਡੰਡੌਤ ਕੀਤੀ, ਏਦਾਂ ਹੱਥ ਵਧਾ ਕੇ ਧਰਤੀ ਨੂੰ ਵੀ ਲੰਮੇ ਪੈ ਕੇ ਤੇ ਮਹਾਰਾਜ ਨੂੰ ਸਜਦਾ ਕੀਤਾ। ਮੈਂ ਦਿਨ ਆਇਓ ਮਰਦਾਨਾ, ਧਰਿਓ ਰਬਾਬੇ ਅਗਾਲੀ। ਕਹਿੰਦੇ ਪੂਰੇ 9 ਦਿਨਾਂ ਬਾਅਦ ਵਰਤਿਆ ਮਰਦਾਨਾ ਵਾਪਸ। 5 ਦਿਨ ਤੇ ਉਦਣ ਹੋ ਗਏ ਜਦੋਂ ਫਰੰਦਾ ਮਿਲਿਆ, ਯਾਨੀ ਇੱਥੋਂ ਪਤਾ ਲੱਗਦਾ ਵੀ ਰਸਤਾ ਬਹੁਤ ਮਾੜਾ ਹੋਵੇਗਾ, ਜੰਗਲ ਘਣਾ ਸੰਘਲਾ ਹੋਵੇਗਾ, ਪਾਣੀ ਹੋਣਗਾ। ਜਿਹੜੇ 4 ਦਿਨ ਲੱਗੇ ਰਬਾਬ ਸਰੋਂ ਸੁਲਤਾਨਪੁਰ, ਹੁਣ ਤੇ 25 ਮਿੰਟਾਂ 'ਚ ਗੱਡੀ ਚੱਲ ਜਾਂਦੀ, ਉੱਥੇ ਦਰਸ਼ਨ ਕਰਨ ਜਾਣਾ ਆਪਾਂ। ਸੰਗਤ ਕਹਿੰਦੀ ਲਿਜਾਓ, ਤੁਸੀਂ ਕਹਿ ਦਿੰਦੇ ਆ ਤੇ ਕਿਸੇ ਦਿਨ ਆਪਾਂ ਰੱਖਦੇ ਆ ਤੇ ਆਪਾਂ 2 ਵਜੇ ਚੱਲਾਂਗੇ, ਤੇ ਜਿਹੜਾ 4 ਵਜੇ ਨੂੰ ਵਾਪਸੀ ਕਥਾ ਆ ਕੇ ਕਰ ਲਈਏ। ਅਜੇ ਸਮਾਂ ਨਹੀਂ ਰੱਖਿਆ, ਰੱਖਦੇ ਆ। ਤੋ ਇਸ ਕਰਕੇ ਭਾਈ ਮਰਦਾਨਾ ਤੇ ਭਾਈ ਫਰੰਦਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਧੰਨ ਹੋਏ। ਬਦਨ ਤੇ ਬਚਮ ਕਰੰਦਾ, ਬੋਲੇ ਸ੍ਰੀ ਤੰਬਾਰੀ। ਕਹਿੰਦੇ ਇੱਧਰ ਸਤਿਗੁਰੂ ਕਮਲ ਦੇ ਮੁਖੜੇ ਵਰਗੇ ਗੁਰੂ ਨਾਨਕ ਸਾਹਿਬ, ਉਹਨਾਂ ਨੇ ਆਪਣਾ ਸੁੰਦਰ ਮੁਖੜਾ ਖੋਲਿਆ ਤੇ ਬਚਨ ਬਾਹਰ ਆਏ ਹਨ। ਬਹੁਤੀ ਬਿਲਮ ਲਗਾਈ ਤੇ ਮੈਂ ਭਈ ਬਾਤ ਕਾ ਤੈਸੇ। ਮਾਰੇ ਕਿਨੇ ਮਰਦਾਨਿਆਂ ਉਹ ਕਿੱਥੇ ਰਹਿ ਗਿਆ? ਉਹ ਪਤਾ ਤੇ ਸਤਿਗੁਰੂ ਨੂੰ ਸੀ, ਹੁਣ ਜਾਣ ਕੇ ਛੇੜਨ ਲੱਗੇ ਆ। ਮਹਾਰਾਜ ਵੀ ਹੱਸ ਖੇਡ ਲੈਂਦੇ ਸੀ, ਮਰਦਾਨਾ ਵੀਰ ਸੀ। ਇਹਨੇ ਮਰਦਾਨਿਆਂ ਚੰਗਾ ਝੱਬ ਗਿਆ, ਮੁੜਿਆ ਹੀ ਨਹੀਂ। ਅੱਜ 9 ਦਿਨ ਹੋ ਗਏ ਐ। ਮਰਦਾਨਾ ਇੱਕ ਤੇ ਅੱਗੇ ਭੁੱਖਾ ਸੀ, ਇੱਕ ਪਿਆਸਾ ਸੀ।
ਕਈ ਵਾਰੀ ਇੱਥੇ ਸਮਾਂ ਵੱਧ ਲੱਗੇ ਨਾ ਕਥਾ ਕੀਰਤਨ ਤੇ ਕਈ ਕਹੀ ਜਾਣਗੇ ਬਾਬਾ ਜੀ ਹਟ ਜਾਓ, ਪ੍ਰਸ਼ਾਦਾ ਚੱਕਣਾ, ਭੁੱਖ ਲੱਗੀ ਹੈ। ਮਰਦਾਨੇ ਨੂੰ 9 ਦਿਨ ਹੋ ਗਏ ਐ, ਪ੍ਰਸ਼ਾਦੇ ਦਾ ਚਿਹਰਾ ਨਹੀਂ ਵੇਖਿਆ। ਤੇ ਬਾਬਾ ਨਾਨਕ ਜੀ ਹੋਰ ਸਗੋਂ ਹਾਸਾ ਕਰ ਰਹੇ, ਕਹਿੰਦੇ ਮਰਦਾਨਿਆ ਇੰਨੇ ਦਿਨ ਕਿੱਥੇ ਲਾਤੇ। ਪ੍ਰਭੂ ਜੀ ਭੇਵ ਨ ਜਾਣਿਆ ਜਾਏ, ਕਹੋ ਬਚਨ ਮੈਂ ਕੈਸੇ। ਆਪਾਂ ਤੇ ਸ਼ੁਕਰ ਕਰੀਏ ਇੱਕ ਵਾਰੀ ਦੁਪਹਿਰੇ ਮੱਤ ਦਈ ਦੀ 5-7 ਨੂੰ, ਫਿਰ ਦੁਪਹਿਰੇ, ਫਿਰ ਸਵੇਰੇ, ਫਿਰ ਤੇ ਸ਼ਾਮਾਂ ਨੂੰ। ਕਈਆਂ ਨੇ ਤੇ ਢਿੱਡ ਹੀ ਮੇਰੇ ਵਾਂਗੂ ਅੱਗੇ ਰੱਖਿਆ, ਵਾਹਵਾ ਵੱਡਾ ਹੋਇਆ ਪਿਆ। ਸਵੇਰੇ ਰੋਟੀ ਖਾਂਦਿਆ ਤੇ ਘਰ ਵਾਲੀ ਨੂੰ ਕਹਿੰਦਾ ਭਾਗਾਂ ਵਾਲੀਏ ਦੁਪਹਿਰੇ ਕੀ ਬਣਾਉਣਾ, ਪਹਿਲਾਂ ਆ ਤਾਂ ਖਾ ਲਾ। ਦੁਪਹਿਰੇ ਖਾਂਦਿਆ ਤੇ ਕਰੀ ਜਾਂਦਾ ਅੱਜ ਰਾਤ ਨੂੰ ਫਿਰ ਕੀ ਬਣਾਉਣਾ ਵਾ। ਮਹਾਰਾਜ ਕਹਿੰਦੇ ਓਏ ਇਹਨੂੰ ਪੁੱਛੋ ਏ ਇਹ ਕਿਹੜੇ ਰਾਏ ਪੈ ਗਿਆ, ਪੜੋ ਬਾਣੀ। ਮਹਾਰਾਜ ਕਹਿੰਦੇ ਪੇਟ ਭਰੇ ਪਸ਼ੂਆ ਜਿਉ ਸੋਇਓ, ਕਹਿੰਦੇ ਇੰਨਾ ਖਾਂਦਾ ਡੰਗਰਾਂ ਤੋਂ ਪਰੇ। ਬਾਣੀ ਦੇ ਬਚਨ ਪੇਟ ਭਰੇ ਪਸ਼ੂਆ ਜਿਉ ਸੋਇਓ, ਮਾਨੁਖ ਜਨਮ ਹੈ ਹਾਰਿਓ। ਕਹਿੰਦੇ ਏਡੀ ਸੋਹਣੀ ਦੇਹੀ ਮਿਲੀ, ਰਾਸ਼ਨ ਪਾਣੀ ਖਾ ਕੇ ਗਵਾਲੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ। ਕਿਤੇ ਨਾ ਟੀਵੀ ਤੇ ਆਉਂਦਿਆ 200 ਗੋਲ ਗੱਪਾ ਜਿੱਦ ਸ਼ਰਤ ਲਾ ਕੇ ਕੱਲੀ ਇੱਕ ਬੀਬੀ ਖਾ ਗਈ। 200 ਗੋਲ ਗੱਪਾ ਆ ਤਾਂ ਸਾਰਿਆਂ ਨੂੰ ਆ ਜਾਣੇ। ਤੇ ਜੇ ਉਹਨੂੰ ਕਹੇ ਵੀ ਕੱਲੀ ਕਿਤੇ 5 ਜਪਜੀ ਸਾਹਿਬ ਪੜ੍ਹਦੇ, ਉਹਨਾਂ ਕਹਿਣਾ ਬਾਬਾ ਇਹ ਤੇ ਬਾਬਿਆਂ ਦਾ ਕੰਮ ਆ। ਤੋ ਇਸ ਕਰਕੇ ਬਾਣੀ ਨਾਲੋਂ ਟੁੱਟ ਗਏ ਆ। ਤੇ ਮਹਾਰਾਜ ਕਹਿੰਦੇ ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਜਿੰਨੀ ਜ਼ਬਾਨ ਦਾ ਰਸ ਵਧਾਈ ਜਾਓਗੇ ਓਨਾ ਹੀ ਬਿਮਾਰੀਆਂ ਵੱਧ ਗਈਆਂ। ਅਜੇ ਵੀ ਮੌਕਾ ਸੰਭਾਲ ਲਓ, ਘਰ ਦਾ ਪ੍ਰਸ਼ਾਦਾ ਛਕਿਆ ਕਰੋ, ਨਾਲ ਕੋਸਾ ਪਾਣੀ ਪੀਓ। ਗਰਮੀ ਦੇ ਵਿੱਚ ਸਾਦਾ ਪ੍ਰਸ਼ਾਦਾ ਜਾਂ ਪੁਦੀਨੇ ਦੀ ਚਟਨੀ ਲੈ ਲਓ ਤੇ ਬਾਣੀ ਪੜ੍ਹਿਆ ਕਰੋ। ਜਾਂ ਬਾਹਰ ਦਾ ਖਾਣਾ ਛੱਡ ਦਿਓ, ਖਾ ਤੇ ਦੱਸ ਵੀ ਲੈਂਦਾ, ਪਰ ਜੇ ਬਚਣਾ ਜੇ ਤੇ ਨਹੀਂ ਤੇ ਫਿਰ ਵੇਖ ਲਓ ਮਿੰਟਾਂ 'ਚ ਡਾਕਟਰ ਚੀਰ ਕੇ ਰੱਖ ਦਿੰਦੇ ਜੇ। ਸ਼ਾਮਾਂ ਨੂੰ ਚੰਗਾ ਭਲਾ ਸਵੇਰੇ ਦਰਦ ਨਿਕਲੀ ਤੇ ਜਾਂਦਿਆਂ ਹੀ ਛਾਤੀ ਤੋਂ ਲੈ ਕੇ ਤੇ ਆ ਧੁੰਨੀ ਤੱਕ ਪਾੜਤਾ, ਜਿਹਨੂੰ ਕਹਿੰਦੇ ਬਾਈਪਾਸ ਸਰਜਰੀ। ਕੀ ਹੋਇਆ? ਕਹਿੰਦੇ ਨਾੜਾਂ ਬੰਦ ਹੋ ਗਈਆਂ। ਤੇ ਨਾੜਾਂ ਬੰਦ ਹੋਣੀਆਂ, ਗਰਮ ਪਕੌੜੇ ਖਾ ਕੇ ਤੇ ਮਗਰੋਂ ਕੋਕ ਤੇ ਉਬਲਦੀ ਚੀਜ਼ ਤੇ ਠੰਡੀ ਚੀਜ਼ ਪਾਈ ਬਰਫ਼ ਵਰਗੀ, ਤੇ ਉਹਨੇ ਜਾਂਦਿਆਂ ਹੀ ਸੱਚ ਹੈ ਨਾ। ਤੂੰ ਛੱਡੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਾ 9 ਦਿਨ ਲਾਤੇ ਹੀ। ਹੱਥ ਜੋੜ ਕੇ ਕਹਿੰਦਾ ਗੁਰੂ ਨਾਨਕ ਸਾਹਿਬ ਤੂੰ ਹੀ ਨਿਰੰਕਾਰ, ਤੇਰਾ ਭੇਦ ਕਿਸੇ ਨਹੀਂ ਪਾਇਆ। ਖੁਦਾਏ ਧਰਤੇ ਅਵਤਰਿਓ, ਅਚਰਜ ਕੀਰਤ ਚਰਤਾ। ਕਹਿੰਦੇ ਆਪ ਖੁਦਾ ਏ ਤੂੰ, ਤੇਰੀ ਖੇਡ ਕੋਈ ਦੱਸ ਨਹੀਂ ਸਕਦਾ ਸਾਹਿਬਾਂ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ। ਸਾਈ ਗੱਲ ਚੰਗੀ ਹਾਂਜੀ ਦਇਓ ਪ੍ਰਾਨ ਮੈਂ ਤੁਮ ਜੋ ਬਤਾਇਓ, ਭਇਓ ਵਿਆਕੁਲ ਫਿਰਤਾ। ਕਹਿੰਦੇ ਤੁਹਾਡੇ ਕਹੇ ਤੇ ਮੈਂ ਉਸ ਪਿੰਡ ਵਿੱਚ ਚਲੇ ਗਿਆ ਤੇ ਵਿਆਕੁਲ ਹੋਇਆ ਫਿਰਿਆ। ਜੁਗ ਬਾਸਰ ਮੈਂ ਗ੍ਰਾਮ ਖੋਜ ਕੈ ਹਟਿਆ ਵਨ ਕੋ ਤਿਆਰੂ। ਕਹਿੰਦੇ ਪੂਰੇ 2 ਦਿਨ ਮੈਂ ਸਵੇਰ ਤੋਂ ਸ਼ਾਮਾਂ ਤੱਕ ਅੱਧੀ ਰਾਤ ਤੱਕ ਪੁੱਛਦਾ ਰਿਹਾ ਫਰੰਦਾ ਕਿੱਥੇ ਵਸਦਾ, ਪਰ ਕਿਤੇ ਨਹੀਂ ਮਿਲਿਆ। ਆਏ ਸੰਤ ਇਹ ਸੰਗ ਜੋ ਮੇਰੇ ਦੀਨ ਰਬਾਬੈ ਚਾਰੂ। ਕਹਿੰਦੇ ਫਿਰ ਆ ਜਿਹੜਾ ਸਾਧੂ ਮੇਰੇ ਨਾਲ ਰਬਾਬ ਲੈ ਕੇ ਆਇਆ ਨਾ ਬਾਬਾ ਜੀ, ਇਹ ਬਾਅਦ ਵਿੱਚ ਮੈਂ ਵਾਪਸ ਹੋਣ ਲੱਗਾ ਤੇ ਆਪੇ ਹੀ ਆ ਕੇ ਮੇਰੇ ਕੋਲ ਖਲੋ ਗਿਆ। 3 ਦਿਵਸ ਮੈਂ ਪਹੁੰਚ ਜਾਏ, 3 ਦਿਵਸ ਤੈ ਬੀਤੇ। ਕਹਿੰਦੇ 3 ਦਿਨ ਜਾਣ ਚ ਲੱਗ ਗਏ, 3-4 ਉੱਥੇ 7 ਹੋ ਗਏ ਤੇ 2-3 ਹੁਣ ਵਾਪਸੀ, ਤੇ ਪੂਰੇ 9 ਗਿਣਾ ਦਿੱਤੇ। 3 ਦਿਵਸ ਮੈਂ ਮੁਰ ਕਰ ਆਇਓ, ਦਿਨ ਮਨ ਕੀ ਸਰੀਤੇ। ਇਸ ਕਰਕੇ ਮਹਾਰਾਜ ਜੀ ਮੈਨੂੰ ਸਾਦਾ ਸਮਾਂ ਲੱਗ ਗਿਆ ਵੀ 2-3 ਦਿਨ ਪਹੁੰਚਣ ਨੂੰ ਲੱਗੇ, 3 ਦਿਨ ਲੱਭਣ ਨੂੰ ਲੱਗੇ ਤੇ 3 ਦਿਨਾਂ ਤੇ ਵਾਪਸੀ ਹੋਈ ਹੈ। ਆਦ ਬੰਦ ਕਰ ਬਚਨ ਫਿਰੰਦਾ, ਆਨੰਦ ਕੰਦ ਸੁਨੀਜੈ। ਔਰ ਕਹਿੰਦੇ ਹੱਥ ਜੋੜ ਕੇ ਭਾਈ ਫਿਰੰਦਾ ਬਾਬੇ ਨਾਨਕ ਤੇ ਮਰਦਾਨੇ ਦੀਆਂ ਗੱਲਾਂ ਸੁਣਦਾ ਤੇ ਨਾਲੇ ਪ੍ਰਸੰਨ ਹੋ ਰਿਹਾ ਹੈ। ਕਹਿੰਦੇ ਭਾਈ ਸਾਹਿਬ ਜੀ ਨੂੰ ਮਾਰੇ, ਕਹਿੰਦੇ ਫਿਰੰਦਾ ਤੂੰ ਕਾਤੋਂ ਖੇਚਲ ਕੀਤੀ, ਤੂੰ ਅਸਾਂ ਦੇ ਰਬਾਬੀ ਨੂੰ ਦੇ ਛੱਡਦਾ। ਕਹਿੰਦੇ ਮਹਾਰਾਜ ਮੇਰੇ ਅੰਦਰ ਵੀ ਤੁਹਾਡੇ ਦਰਸ਼ਨਾਂ ਦੀ ਖਿੱਚ ਸੀ, ਮੇਰਾ ਦਿਲ ਵੀ ਕਰਦਾ ਸੀ, ਕਿੰਨਾ ਸਮਾਂ ਹੋ ਗਿਆ ਤੁਹਾਡੇ ਦੀਦਾਰ ਨਹੀਂ ਕੀਤੇ। ਦਰਸ਼ਨ ਕੀ ਲਾਲਸ ਸੀ ਮੁਝ ਕੋ ਹਰਿ ਸਰਸ ਦਰਸਾਇਓ। ਮਹਾਰਾਜ ਤੇਰੇ ਦਰਸ਼ਨ ਕਰਕੇ ਸਾਰੇ ਦੁੱਖ ਹੀ ਲੈ ਜਾਂਦੇ, ਸਾਰੀਆਂ ਭੁੱਖਾਂ ਹੀ ਦੂਰ ਹੋ ਜਾਂਦੀਆਂ। ਸੰਗਤੇ ਸੱਚ ਜੀ, ਆ ਜਿੰਨਾ ਚਿਰ ਕਥਾ ਹੁੰਦੀ ਕੀਰਤਨ, ਉਹਨਾਂ ਚਿਰ ਸਾਰੇ ਦੁੱਖ ਸੁੱਖ ਭੁੱਲ ਜਾਂਦੇ।
ਆ ਹੁਣ ਆਪਾਂ ਬਾਹਰ ਨਿਕਲਣਾ ਛਬੀਲ ਪੀ ਕੇ ਤੇ ਘਰ ਨੂੰ ਜਾਂਦਿਆਂ ਫੇਰ ਉਹੀ ਚਿੰਬੜ ਜਾਣੇ ਆ ਕੇ। ਇਸ ਕਰਕੇ ਕਹਿੰਦੇ ਮਹਾਰਾਜ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤੁਹਾਡੇ ਦਰਸ਼ਨ ਨੂੰ ਦਿਲ ਕਰਦਾ ਕਰੀ ਜਾਵਾਂ। ਸਭ ਵਿਦ ਜਾਨੋ ਅੰਤਰ ਜਾਮੀ ਏ ਵਿਦ ਕਹਿਤ ਸਦਾਇਓ। ਕਹਿੰਦੇ ਇਸ ਕਰਕੇ ਸਾਰੀ ਖੇਡ ਨੂੰ ਬਾਬਾ ਤੂੰ ਆਪ ਜਾਣਦਾ, ਅੰਦਰ ਦੀ ਜਾਣਨ ਵਾਲਾ ਹੈ। ਵਿਦਾ ਕਰਨ ਗਵਨਿਓ ਮਰਦਾਨਾ ਭਇਓ ਅਦਰ ਸੰਸੋ। ਕਹਿੰਦੇ ਉਸ ਵੇਲੇ ਫਿਰ ਮਹਾਰਾਜ ਨੇ ਸ਼ਾਬਾਸ਼ ਸ਼ਾਬਾਸ਼ ਕਹਿ ਕੇ ਕਹਿੰਦੇ ਮਰਦਾਨਾ ਜਾ ਇਹਨੂੰ ਵਿਦਾ ਕਰਿਆ, ਇਹਨੇ ਬੜੀ ਦੂਰ ਜਾਣਾ ਹੈ ਤੇ ਟਾਈਮ ਲੱਗ ਜਾਣਾ, ਖੇਡ ਵੇਖੋ। ਮਹਾਰਾਜ ਸਾਹਿਬ ਜੀ ਨੇ ਕਿਹਾ ਮਰਦਾਨਾ ਜਾ ਇਹਨੂੰ ਵਿਦਾ ਕਰਿਆ। ਹੋ ਗਇਓ ਨ ਜਾਣਿਓ ਤੇਸ਼ਨ ਹੇਰਤ ਬਿਸਮੈਹੂ। ਕਹਿੰਦੇ ਗਜਬ ਦੀ ਖੇਡ ਵਰਤੀ। ਮਰਦਾਨਾ ਤੇ ਫਰੰਦਾ ਗੱਲਾਂ ਕਰਦੇ ਜਾ ਰਹੇ ਨੇ, ਅੱਖ ਮੀਟਣ ਤੇ ਖੋਲਣ ਜਿੰਨੇ ਸਮੇਂ ਦੇ ਵਿੱਚ ਫਰੰਦਾ ਗਾਇਬ ਹੋ ਗਿਆ। ਲਾਗੇ ਵੇਖਿਆ ਤੇ ਪਤਾ ਕੋਈ ਨਹੀਂ ਲੱਗਾ। ਇਸੇ ਕਰਕੇ ਮਸਕੀਨ ਸਾਹਿਬ ਜੀ ਦੀਆਂ ਕਈ ਕਥਾ ਉਹ ਕਹਿੰਦੇ ਜੋ ਕਥਾ ਕੀਰਤਨ ਹੁੰਦਾ ਹੈ ਤੇ ਬ੍ਰਹਮ ਗਿਆਨੀ ਤੁਹਾਡੇ ਕੋਲ ਹੀ ਬੈਠੇ ਹੁੰਦੇ, ਉਹ ਜਿਹੜੀਆਂ ਪਹੁੰਚੀਆਂ ਰੂਹਾਂ ਤੁਹਾਡੇ ਵਿੱਚ ਹੁੰਦੀਆਂ ਪਰ ਆਪਾਂ ਨੂੰ ਮਹਿਸੂਸ ਨਹੀਂ, ਪਤਾ ਨਹੀਂ ਲੱਗਦਾ ਉਹਨਾਂ ਦਾ। ਹੋ ਸਕਦਾ ਬਾਣੀ ਕਹਿੰਦੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਤੇ ਜਿਹੜੇ 72 ਬ੍ਰਹਮ ਗਿਆਨੀ ਡੱਲੇ 'ਚ ਹੋਏ ਉਹ ਕਿੱਥੇ ਹਾਜ਼ਰ ਆ, ਪਰ ਆਪਣੇ ਕੋਲ ਅੱਖਾਂ ਨਹੀਂ ਹੈਗੀਆਂ ਵੇਖਣ ਨੂੰ। ਇਹ ਸੱਚ ਜੇ ਜਿਹੜੀ ਸੰਗਤ ਸੇਵਾ ਕਰਦੀ। ਇੱਕ ਬਜ਼ੁਰਗ ਹੁਣ ਕੈਨੇਡਾ ਚਲੇ ਗਏ, ਉਹ ਇੱਥੇ ਆਉਂਦੇ ਹੁੰਦੇ ਸੀ ਅੰਮ੍ਰਿਤ ਵੇਲੇ, ਤੇ ਉਹਨਾਂ ਆਪ ਦੱਸਿਆ ਸੀ ਦਾਸ ਨੂੰ 5 ਸਾਲ ਪਹਿਲਾਂ। ਕਹਿੰਦੇ ਬਾਬਾ ਜੀ ਪੂਰੇ 2:30 ਵਜੇ ਬੌਲੀ ਦਾ ਜਿਹੜਾ ਜਲ ਹੈ ਨਾ, ਮੈਂ ਅੱਖਾਂ ਨਾਲ ਹਿਲਦਾ ਵੇਖਿਆ। ਐਦਾਂ ਲੱਗ ਰਿਹਾ ਜਿਵੇਂ ਕੋਈ ਇਸ਼ਨਾਨ ਕਰਦਾ ਹੁੰਦਾ ਤੇ ਨਿਕਲਦਾ ਹੁੰਦਾ ਹੈ। ਐਸੀਆਂ ਖੇਡਾਂ ਕਹਿੰਦੇ ਵਰਤਦੀਆਂ ਸੱਚ ਜੇ, ਇਹ 'ਚ ਕੋਈ ਸ਼ੱਕ ਨਹੀਂ। ਜਿਹੜੇ ਪੁੱਜੇ ਉਹ ਦੱਸਦੇ ਕਿ ਜਿਹੜੇ ਮਹਾਂਪੁਰਖ ਸਾਧੂ ਤਤ ਬੇਤੇ ਉਹਨਾਂ ਨੂੰ ਰਸ ਆਉਂਦਾ ਕਥਾ ਕੀਰਤਨ 'ਚ, ਉਹ ਫਿਰ ਆ ਕੇ ਉੱਥੇ ਬਹਿੰਦੇ ਆ। ਤੇ ਜਿਹੜੇ ਭੂਤ ਪ੍ਰੇਤ ਉਹਨਾਂ ਨੂੰ ਫਿਰ ਉੱਥੇ ਜਿੱਥੇ ਸ਼ਰਾਬਾਂ ਕਬਾਬਾਂ ਚੱਲਦੀਆਂ ਉੱਥੇ ਪਹੁੰਚਦੇ ਆ, ਜੋ ਜੈਸੀ ਸੰਗਤ ਮਿਲੇ। ਸੋ ਇਸ ਕਰਕੇ ਭਾਈ ਮਰਦਾਨਾ ਜੀ ਹੈਰਾਨ ਹੋ ਗਏ। ਵਿਚਾਰ ਕਰਤ ਪਾਪ ਬਿਨ ਭਇਓ ਨ ਨੈਣ ਗਹੀਨਾ। ਕਹਿੰਦੇ ਅੱਖਾਂ ਦੇ ਸਾਹਮਣੇ ਖੇਡ ਵਰਤ ਗਈ, ਪਤਾ ਨਹੀਂ ਲੱਗਾ। ਵੇਂਦਿਆਂ ਵੇਂਦਿਆਂ ਕਿਧਰ ਚਲੇ ਗਿਆ। ਔਰ ਕਹਿੰਦੇ ਦੌੜ ਕੇ ਮਰਦਾਨਾ ਮੇਰੇ ਸਾਹਿਬ ਦੇ ਕੋਲ ਆਇਆ। ਬਾਬਾ ਜੀ ਬਾਬਾ ਜੀ। ਮਹਾਰਾਜ ਕਹਿੰਦੇ ਕੀ ਹੋਇਆ ਈ? ਕਹਿੰਦੇ ਬਾਬਾ ਉਹ ਕੌਣ ਸੀ? ਪਹਿਲਾਂ ਤੇ ਮੈਨੂੰ 4 ਦਿਨ ਲੱਭਾ ਨਹੀਂ, ਤੇ ਜੇ ਮੈਂ ਆਉਣ ਲੱਗਾ ਤੇ ਮੇਰੇ ਸਾਹਮਣੇ ਆ ਗਿਆ, ਤੇ ਫਿਰ ਰਬਾਬ ਉਹਦੇ ਅੰਦਰੋਂ ਪ੍ਰਗਟ ਕਰ ਲਈ, ਤੇ ਹੁਣ ਵੇਂਦਿਆਂ ਗਵਾਚ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਾ ਰਹਿਣ ਦੇ ਬਚਨ ਗੋਮਾ। ਕਹਿੰਦੇ ਨਹੀਂ ਮਹਾਰਾਜ ਮੈਨੂੰ ਦੱਸੋ ਤੇ ਸਹੀ ਇਹ ਕੌਣ ਸੀ? ਮਹਾਰਾਜ ਸੱਚੇ ਪਾਤਸ਼ਾਹ ਕੱਲ੍ਹ ਦੇ ਦੀਵਾਨ 'ਚ ਦੱਸਣਗੇ ਹੁਣ ਵੀ ਉਹ ਕੌਣ ਸੀ ਤੇ ਕਿੱਥੋਂ ਆਇਆ ਸੀ ਤੇ ਕਿਵੇਂ ਕਿਵੇਂ। ਬੜੀ ਪਿਆਰੀ ਮਹਾਰਾਜ ਦੀ ਕਥਾ ਹੈ। ਸਤਿਗੁਰੂ ਦੀ ਆਪ ਸੰਗਤਾਂ ਧੰਨ ਹੋਏ ਹੋ ਜਿਨ੍ਹਾਂ ਨੇ ਚੌਂਕੜੇ ਮਾਰ ਕੇ ਦੇਵਤਿਆਂ ਦੀ ਤਰ੍ਹਾਂ ਸਮਾਧੀਆਂ ਲਾ ਕੇ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਜੀ। ਭਲਾ ਰਬਾਬ ਵਜਾਏਂਦਾ, ਭਲਾ ਰਬਾਬ ਵਜਾਏਂਦਾ, ਭਲਾ ਰਬਾਬ ਵਜਾਏਂਦਾ, ਭਲਾ ਰਬਾਬ ਵਜਾਏਂਦਾ। ਮਜਲਸ ਮਰਦਾਨਾ ਮੀਰਾ ਸੀ, ਮਜਲਸ ਮਰਦਾਨਾ ਮੀਰਾ ਸੀ, ਮਜਲਸ ਮਰਦਾਨਾ ਮੀਰਾ ਸੀ, ਮਜਲਸ ਮਰਦਾਨਾ ਮੀਰਾ ਸੀ। ਇੱਕ ਬਾਬਾ 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 ਇੱਕ ਬਾਬਾ। ਦੂਜਾ ਰਬਾਬੀ 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 ਦੂਜਾ ਰਬਾਬੀ। ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ ਬਾਬਾ ਅਕਾਲ ਰੂਪ ਇੱਕ ਬਾਬਾ ਅਕਾਲ ਰੂਪ। ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ
ਕਿਰਪਾ ਕਰਨਾ। 30 ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਗੁਰੂ ਨਾਨਕ ਦੀ ਗੋਦ ਵਿੱਚ। ਸੋ ਜਿਹੜਾ ਭਾਈ ਅਜੇ ਤਾਈਂ ਗੁਰੂ ਵਾਲੇ ਨਹੀਂ ਬਣੇ, ਉਹ ਗੁਰੂ ਵਾਲੇ ਜ਼ਰੂਰ ਬਣੋ। 3 ਜੂਨ ਬਾਪੂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੈ। ਜੋ ਗੁਰੂ ਦੀਆਂ ਸੰਗਤਾਂ ਬਾਣੀ ਪੜ੍ਹਦੀਆਂ, ਭਾਈ ਲਾਲ ਉਦਾਸ ਵਜੇ ਸੁਖਮਨੀ ਸਾਹਿਬ ਚੱਲ ਰਹੇ ਨੇ। ਇਸੇ ਤਰ੍ਹਾਂ ਕੱਲ੍ਹ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪੀਰ ਦਾ ਗੁਰਤਾਗਰਦੀ ਦਿਵਸ ਹੈ। ਸਤਿਗੁਰੂ ਮਹਾਨ ਕਿਰਪਾ ਕਰਦੇ ਹਨ। ਇਸ ਕਲਯੁਗ ਦੀਆਂ ਘੜੀਆਂ ਅੰਦਰ ਆਪਾਂ ਨੂੰ ਚਰਨਾਂ ਨਾਲ ਲਾਇਆ ਹੈ ਜੀ। ਵਾਹਿਗੁਰੂ ਜੀ ਕਾ ਬੋਲੇ